श्री नानक पग पंकज बंदन, पग पंकज बंदन। सिमरो अंगद दुख निकंदन। अमरदास गुर हृदय त्यामो, हृदय त्यामो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हरगोबिंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम किरपाला, परम किरपाला। श्री गुरु गोबिंद सिंह बिसाला, तरों तरा पर पुन पुन सीसा, पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। श्री गुर शब्द कमाए जिन, जीते पंच विकार। तेन संतन को बंदना, सिर चरणन पर धार। एक अंकारा सतगुरु, तेह प्रसाद सच होए। वाहेगुरु जी की फतेह। विघ्न विनाशन सोए। सतनाम श्री वाहिगुरु साहिब जी। चौपाई। भाई जेठा सिख पिराणा, पैड़ा अपर लंगाहा महाना। इत्यादक सिख को गनीय, घाली घाल कितक को भनीय है। भाई जेठा सिख पिराणा।
ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਅੰਤਰਜਾਮੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਹੋਈ ਹੈ। ਆਪਾਂ ਸਾਰੇ ਹੀ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠੇ ਹਾਂ। ਗੁਰੂ ਜੀ ਦਾ ਮਹਾਨ ਪਵਿੱਤਰ ਸਿੱਖਿਆ ਦੇਣ ਵਾਲਾ ਇਤਿਹਾਸ, ਮਨ ਵਿੱਚ ਚਾਉ ਪੈਦਾ ਕਰਨ ਵਾਲਾ, ਉਤਸ਼ਾਹ ਪੈਦਾ ਕਰਨ ਵਾਲਾ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਲੜੀਵਾਰ ਕਥਾ ਸਰਵਣ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਉਂਦਿਆਂ ਹੋਇਆਂ ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਪੰਚਮ ਗੁਰਦੇਵ ਆਪ ਪ੍ਰਤੱਖ ਪਰਮੇਸ਼ਰ ਦਾ ਸਾਖਸ਼ਾਤ ਸਰੂਪ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸੰਗਤ ਜੀ, ਕੱਲ ਆਪ ਜੀ ਨੇ ਸੁਣਿਆ ਬਹੁਤ ਬਖਸ਼ਿਸ਼ਾਂ ਭਰਿਆ ਪ੍ਰਸੰਗ, ਬੜੀਆਂ ਮਿਹਰਾਂ ਭਰਿਆ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਈ ਸਾਲ ਲੱਗ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਾਂ ਦੀ ਦਿਨ ਰਾਤ ਸੇਵਾ ਨੂੰ ਫਲ ਲਾਉਂਦਿਆਂ ਹੋਇਆਂ ਸੰਪੂਰਨਤਾ ਕਰਵਾਈ ਜੀ। ਕੱਲ ਤੁਸੀਂ ਸਾਰਾ ਪ੍ਰਸੰਗ ਸੁਣਿਆ, ਕਿਵੇਂ ਪਹਿਲਾਂ ਮਹਾਰਾਜ ਜੀ ਨੇ ਪੁੱਲ ਬਣਵਾਇਆ, ਫਿਰ ਹਰਿਮੰਦਰ ਸਾਹਿਬ ਜੀ ਦੇ ਅੰਦਰ ਵਾਲਾ ਅਸਥਾਨ ਹੈ, ਉਹਦੇ ਵੀ ਚਾਰ ਪਾਸੇ ਪਰਿਕਰਮਾ ਦਾ ਲੈਵਲ ਇੱਕ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਵਿਚਕਾਰ ਹਰਿਮੰਦਰ ਸਾਹਿਬ ਜੀ ਦਾ ਸੋਹਣਾ ਦਰਬਾਰ ਸਾਹਿਬ ਬਣਾਇਆ। ਹਰ ਕੀ ਪੌੜੀ ਦੇ ਉੱਤੇ 2 ਛੱਤਾਂ ਬਣਵਾਈਆਂ ਨੇ। ਮਹਾਰਾਜ ਨੇ ਜਿੱਥੇ 4 ਦਰਵਾਜ਼ੇ ਬਣਾਏ ਹੈ, ਉੱਥੇ ਉੱਪਰ ਵਾਲੀ ਮੰਜ਼ਲ ਤੇ ਬਾਰੀਆਂ ਵੀ ਬਣਵਾਈਆਂ ਨੇ ਜੀ, ਤਾਂ ਕਿ ਗਰਮੀ ਦਾ ਪ੍ਰਭਾਵ ਨਾ ਰਹੇ। ਗੁਰੂ ਸਾਹਿਬ ਜੀ ਨੇ ਇੰਨੀ ਦੀਰਘ ਦ੍ਰਿਸ਼ਟੀ ਨਾਲ ਕਾਰਜ ਕੀਤਾ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਗਰਮੀ ਦਾ ਪ੍ਰਬੰਧ ਸੋਚਿਆ, ਉੱਥੇ ਠੰਡ ਤੋਂ ਬਚਾਅ ਦਾ ਵੀ ਮਹਾਰਾਜ ਨੇ ਉੱਥੋਂ ਪੂਰਾ ਸਾਧ ਸੰਗਤ ਜੀ ਪ੍ਰਬੰਧ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਹੁਤ ਵੱਡੀ ਇਹ ਕਲਾ ਹੈ। ਕੀ ਕਲਾ ਹੈ? ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੇ ਵਿੱਚ ਹੈ ਜੀ, ਤੁਸੀਂ ਸਰਦੀਆਂ ਵਿੱਚ ਜਾ ਕੇ ਬੈਠ ਜਾਓ, ਆਪਣੇ ਇੱਕ ਸਥਾਨ ਤੇ ਜਾ ਕੇ ਬਹਿ ਜਾਓ, ਗੁਰੂ ਰਾਮਦਾਸ ਜੀ ਨੂੰ ਧਿਆਓ, ਠੰਡ ਲੱਗਣੋਂ ਵੀ ਹਟ ਜਾਏਗੀ ਜੀ। ਮਹਾਰਾਜ ਜੀ ਦੀ ਇਹ ਵੀ ਕਿਰਪਾ ਉੱਥੇ ਵਰਤਦੀ ਹੈ ਜੀ। ਨਹੀਂ ਤੇ ਪਾਣੀ ਆਲੇ ਦੁਆਲੇ ਹੋਵੇ ਤੇ ਵਿਚਕਾਰ ਸਥਾਨ ਹੋਵੇ, ਬੰਦੇ ਨੂੰ ਠੰਡ ਬਹੁਤ ਲੱਗਦੀ ਹੈ। ਮਹਾਰਾਜ ਜੀ ਨੇ ਐਸਾ ਪ੍ਰਬੰਧ ਕੀਤਾ, ਠੰਡ ਤੋਂ ਵੀ ਬਚਾਅ ਹੈ ਜੀ ਉੱਥੇ ਜੀ। ਇਹ ਸਭ ਕੁਝ ਗੁਰੂ ਅਰਜਨ ਸਾਹਿਬ ਵੀ ਕਰ ਸਕਦੇ ਹੈ ਜੀ। ਦੋਵੇਂ ਛੱਤਾਂ ਜਦੋਂ ਬਣੀਆਂ, ਮਹਾਰਾਜ ਨੇ ਉੱਪਰ ਵਾਲੇ ਪਾਸੇ ਆਸਣ ਲਾਇਆ। ਸਿੱਖ ਸੰਗਤਾਂ ਚੂਨਾ ਭਰ ਭਰ ਕੇ ਲੈ ਕੇ ਆ ਰਹੀਆਂ ਨੇ, ਇੱਟਾਂ ਲੈ ਕੇ ਆ ਰਹੀਆਂ, ਉੱਪਰ ਚੜ੍ਹ ਰਹੀਆਂ ਨੇ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁੰਬਦ ਬਣਵਾਇਆ ਜੀ। ਜਿੱਥੇ ਗੁੰਬਦ ਬਣਵਾਇਆ, ਗੁੰਬਦ ਦੇ ਚਾਰੇ ਪਾਸੇ ਵੱਡੇ ਵੱਡੇ ਪਾਵੇ ਤਿਆਰ ਕਰਵਾਏ ਜੀ। ਕੱਲ ਵੀ ਬੇਨਤੀ ਕੀਤੀ ਹੈ, ਹਰਿਮੰਦਰ ਸਾਹਿਬ ਜੀ ਦਾ ਸੁਨਹਿਰੀ ਗੁੰਬਦ ਜਿਹੜਾ ਹੈ, ਬਿਲਕੁਲ ਉਹਦੀਆਂ 4 ਨੁੱਕਰਾਂ ਦੇ ਉੱਤੇ 4 ਸੋਨੇ ਦੇ ਪਾਵੇ ਨੇ ਜੀ। ਉਹਨਾਂ ਦੇ ਥੱਲੇ ਬੇਸ ਜਿਹੜਾ ਹੈ ਉਹ ਚੂਨਾ ਹੈ, ਇੱਟਾਂ ਹੈ। ਉਹਦੇ ਤੋਂ ਬਾਅਦ 4 ਗੁੰਬਦ ਛੋਟੇ ਹਰਿਮੰਦਰ ਸਾਹਿਬ ਜੀ ਦੀਆਂ ਚਾਰੋਂ ਨੁੱਕਰਾਂ ਤੇ ਮਹਾਰਾਜ ਜੀ ਨੇ ਤਿਆਰ ਕਰਵਾਏ। ਇਹ ਤੁਸੀਂ ਸਾਰਾ ਪ੍ਰਸੰਗ ਕੱਲ ਸਰਵਣ ਕੀਤਾ। ਜਿਸ ਦਿਨ ਹਰਿਮੰਦਰ ਸਾਹਿਬ ਜੀ ਤਿਆਰ ਹੋਏ, ਉਸ ਦਿਨ ਫਿਰ ਖੁੱਲ੍ਹਾ ਕੜਾਹ ਪ੍ਰਸ਼ਾਦ ਗੁਰੂ ਜੀ ਦੀਆਂ ਸੰਗਤਾਂ ਨੂੰ ਵਰਤਿਆ ਜੀ। ਕੱਲ ਆਪਾਂ ਵੀ ਸਿੱਖ ਸੰਗਤਾਂ ਨੇ ਖੁੱਲ੍ਹਾ ਕੜਾਹ ਪ੍ਰਸ਼ਾਦ ਛਕਿਆ ਹਰਿਮੰਦਰ ਸਾਹਿਬ ਜੀ ਦੇ ਬਣਨ ਦੀ ਖੁਸ਼ੀ ਵਿੱਚ ਜੀ।
ਖੁੱਲਾ ਕੜਾ ਪ੍ਰਸ਼ਾਦ ਤਿਆਰ ਹੋਇਆ। ਮਹਾਰਾਜ ਜੀ ਨੇ ਕੀਰਤਨ ਕੀਤਾ ਹਰਿਮੰਦਰ ਸਾਹਿਬ ਜੀ ਦੀ ਸਿਫਤ ਵਿੱਚ ਜੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਪ੍ਰਭ ਹਰਿਮੰਦਰ ਸੋਹਣਾ ਜਿਸ ਮਹਿ ਮਾਣਿਕ ਲਾਲ। ਮਹਾਰਾਜ ਗਰੀਬ ਨਵਾਜ ਜੀ ਨੇ ਕੀਰਤਨ ਕੀਤਾ, ਸਿੱਖ ਸੰਗਤਾਂ ਨੇ ਕੀਰਤਨ ਸੁਣਿਆ। ਬੜੇ ਵੱਡੇ ਪੱਧਰ ਤੇ ਲੰਗਰ ਲੱਗਾ ਜੀ, ਬੜੇ ਵੱਡੇ ਪੱਧਰ ਤੇ। ਸਿੱਖ ਸੰਗਤਾਂ ਵਿੱਚ ਇਸ ਗੱਲ ਦਾ ਭਾਵ ਗੁਰੂ ਘਰ ਦੀਆਂ ਸੰਗਤਾਂ ਵਿੱਚ ਬਹੁਤਾ ਹੀ ਚਾਅ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਤਿਆਰ ਕਰਵਾਇਆ ਹੈ ਜੀ। ਖੁਦ ਕਰਤਾ ਪੁਰਖ ਜੀ ਦਾ ਘਰ, ਰੱਬ ਦਾ ਘਰ। ਉਸ ਸਮੇਂ ਬਿਜਲੀ ਦਾ ਪ੍ਰਬੰਧ ਨਹੀਂ ਸੀਗਾ। ਬਿਜਲੀ ਦਾ ਪ੍ਰਬੰਧ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਮਾਂ ਪਾ ਕੇ ਫਿਰ ਕੀਤਾ ਗਿਆ ਹੈ ਜੀ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਾਰੇ ਸਿੱਖਾਂ ਨੂੰ ਬਿਠਾਇਆ, ਬਖਸ਼ਿਸ਼ਾਂ ਦੇਣ ਲੱਗੇ ਮਹਾਰਾਜ ਜੀ। ਮਹਾਰਾਜ ਇੰਨੇ ਖੁਸ਼ ਹੋਏ, ਇੰਨੇ ਖੁਸ਼ ਨੇ। ਮਹਾਰਾਜ ਨੇ ਸਾਰੇ ਸਿੱਖਾਂ ਨੂੰ ਆਖਿਆ, ਸਿੱਖੋ ਅਸੀਂ ਤੁਹਾਡੇ ਤੇ ਅੱਜ ਬਹੁਤ ਖੁਸ਼ ਹਾਂ, ਤੁਸੀਂ ਬਹੁਤ ਸੇਵਾ ਕੀਤੀ ਹੈ, ਅਸੀਂ ਖੁਸ਼ ਹਾਂ। ਜੋ ਤੁਹਾਡੇ ਮਨ ਵਿੱਚ ਆਉਂਦਾ ਉਹ ਮੰਗ ਲਓ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਮਹਾਰਾਜ ਖੁਸ਼ ਬਹੁਤ ਨੇ ਸੱਚੇ ਪਾਤਸ਼ਾਹ। ਮਹਾਰਾਜ ਕਹਿਣ ਲੱਗੇ ਜੋ ਤੁਸੀਂ ਮੰਗਣਾ ਮੰਗ ਲਓ। ਸਿੱਖ ਪਿਆਰ ਨਾਲ ਭਿੱਜੇ ਪਏ ਆ ਜੀ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਡੀ ਕਿਰਪਾ ਨਾਲ, ਇਸ ਅਸਥਾਨ ਦੇ ਪ੍ਰਤਾਪ ਨਾਲ ਮਹਾਰਾਜ ਹਿਰਦੇ 'ਚ ਕੋਈ ਮੰਗ ਹੀ ਨਹੀਂ ਰਹਿ ਗਈ ਜੀ। ਇਹ ਵੀ ਅਵਸਥਾ 'ਚ ਮੰਗ ਹੀ ਕੋਈ ਨਾ ਹੋਣੀ ਜੀ ਹਿਰਦੇ 'ਚ। ਮਹਾਰਾਜ ਜੇ ਤੁਸੀਂ ਕਿਰਪਾ ਕਰਨੀ ਹੈ ਤੇ ਸਾਡੇ ਤੇ ਇਹ ਕਿਰਪਾ ਕਰੋ, ਆਪ ਜੀ ਦੇ ਸੋਹਣੇ ਚਰਨ ਸਾਡੇ ਹਿਰਦੇ ਵਿੱਚ ਵਸ ਜਾਣ ਜੀ। ਮਹਾਰਾਜ ਗਰੀਬ ਨਵਾਜ ਬੜੇ ਖੁਸ਼ ਹੋਏ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਤੇ ਪਹਿਲਾਂ ਹੀ ਬ੍ਰਹਮ ਗਿਆਨੀ ਹੋ। ਕਹਿਣ ਲੱਗੇ ਵੱਡੇ ਗੁਰੂਆਂ ਦੀ ਸੇਵਾ ਕੀਤੀ ਹੈ, ਤੁਹਾਨੂੰ ਅਸੀਂ ਕੀ ਦੇ ਸਕਦੇ ਹਾਂ? ਹਾਂ ਇਹ ਕਹਿ ਸਕਦੇ ਹਾਂ ਜਿਉਂ-ਜਿਉਂ ਹਰਿਮੰਦਰ ਦੀ ਵਡਿਆਈ ਵਧਣੀ ਹੈ ਤਿਉਂ-ਤਿਉਂ ਤੁਹਾਡੀ ਵਡਿਆਈ ਵੀ ਵਧੇਗੀ। ਕਹਿਣ ਲੱਗੇ ਤੁਹਾਡੀ ਵਡਿਆਈ ਵੀ ਵਧੇਗੀ। ਤੁਸੀਂ ਸਾਰਾ ਪ੍ਰਸੰਗ ਕੱਲ੍ਹ ਸੁਣਿਆ। ਕੁਝ ਪ੍ਰੇਮੀ ਆ ਨਹੀਂ ਸੀ ਸਕੇ, ਮੈਂ ਤਾਂ ਥੋੜ੍ਹਾ ਜਿਹਾ ਸਾਧ ਸੰਗਤ ਜੀ ਜ਼ਿਆਦਾ ਬੇਨਤੀ ਕਰ ਰਿਹਾ ਤੁਹਾਨੂੰ। ਤੁਸੀਂ ਜੀਵਨ ਮੁਕਤ ਹੋ। ਕਹਿਣ ਲੱਗੇ ਭਾਈ ਭਗਤੂ ਜੀ ਨੂੰ ਵੀ ਆਖਿਆ ਵੀ ਤੁਸੀਂ ਵੀ ਜੀਵਨ ਮੁਕਤ ਹੋ ਤੇ ਤੁਹਾਨੂੰ ਜੰਗਲ ਦੇਸ਼ ਦਾ, ਮਾਲਵੇ ਦੇਸ਼ ਦਾ ਸਰਦਾਰ ਬਣਾਇਆ। ਮਹਾਰਾਜ ਕਹਿਣ ਲੱਗੇ ਉਸ ਇਲਾਕੇ ਦੇ ਲੋਕ ਤੁਹਾਨੂੰ ਮੰਨਣਗੇ, ਪੂਜਿਆ ਕਰਨਗੇ, ਪੁੱਤਰ ਪੋਤਰੇ ਤੁਹਾਡੇ ਮਹਾਨ ਹੋਣਗੇ। ਕਹਿਣ ਲੱਗੇ ਇਹ ਤੇ ਬ੍ਰਹਮ ਗਿਆਨੀ ਸਿੱਖਾਂ ਦੀ ਗੱਲ ਸੀ ਨਾ ਜੀ। ਬਾਕੀ ਜਦੋਂ ਬਖਸ਼ਿਸ਼ਾਂ ਵੰਡਣ ਲੱਗੇ ਫਿਰ ਮਹਾਰਾਜ ਨੇ ਭਾਈ ਬਹਿਲੋ ਜੀ ਨੂੰ ਆਵਾਜ਼ ਮਾਰੀ, ਜਿਨ੍ਹਾਂ ਬਾਰੇ ਬਚਨ ਪ੍ਰਚਲਿਤ ਹੈ ਭਾਈ ਬਹਿਲੋ ਸਭ ਤੋਂ ਪਹਿਲੋ, ਸਭ ਤੋਂ ਪਹਿਲੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਬਹਿਲੋ ਜੀ ਨੂੰ ਕਹਿਣ ਲੱਗੇ ਭਾਈ ਬਹਿਲੋ ਜੀ ਤੁਹਾਡੀ ਚਮੜੀ ਜਿਹੜੀ ਹੈ ਨਾ ਸੇਵਾ ਕਰ ਕਰਕੇ ਝੁਲਸ ਚੁੱਕੀ ਹੈ। ਅੱਗ ਵਿੱਚ ਤੁਸੀਂ ਸੇਵਾ ਕਰਦੇ ਹੋ, ਚਮੜੀ ਤੁਹਾਡੀ ਝੁਲਸ ਚੁੱਕੀ ਹੈ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਤੁਸੀਂ ਬਹੁਤ ਸੇਵਾ ਕੀਤੀ ਹੈ, ਬਹੁਤ ਸੇਵਾ ਕੀਤੀ ਹੈ। ਇਸ ਸੰਸਾਰ ਵਿੱਚ ਦੂਰ ਦੂਰ ਤੱਕ ਜਿੰਨੀਆਂ ਵੀ ਗੁਪਤ ਤਾਕਤਾਂ ਨੇ ਉਹਨਾਂ ਸਾਰਿਆਂ ਦਾ ਮਾਲਕ ਤੁਹਾਨੂੰ ਬਣਾਇਆ। ਕਹਿਣ ਲੱਗੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਲਾਲੋ ਜੀ ਨੂੰ ਬਣਾਇਆ ਸੀ, ਹੁਣ ਅਸੀਂ ਤੁਹਾਨੂੰ ਬਣਾ ਰਹੇ ਹਾਂ। ਮਹਾਰਾਜ ਕਹਿਣ ਲੱਗੇ ਵਿਛਾਓ ਕੰਬਲੀ। ਗੁਪਤ ਤਾਕਤਾਂ ਵਿੱਚ ਉਹ ਰੂਹਾਂ ਵੀ ਆ ਜਾਂਦੀਆਂ ਜਿਨ੍ਹਾਂ ਕੋਲ ਸਰੀਰ ਨਹੀਂ ਹੈਗੇ ਜੀ। ਉੱਤਰ ਦਿਸ਼ਾ ਦੀਆਂ ਰੂਹਾਂ ਜਿਹੜੀਆਂ ਸਾਨੂੰ ਉਹਨਾਂ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਬਚਾਓ। ਮਹਾਰਾਜ ਮਹਾਰਾਜ ਅਸੀਂ ਤੁਹਾਡੇ ਚਰਨਾਂ 'ਚ ਹੀ ਸ਼ਰਨ ਲਈ ਹੈ। ਮਹਾਰਾਜ ਕਹਿਣ ਲੱਗੇ ਚਲੋ ਉੱਤਰ ਵਾਲੇ ਰਹਿਣ ਦਿਓ, ਬਾਕੀ ਸਭ ਦਿਸ਼ਾਵਾਂ ਦੀਆਂ ਗੁਪਤ ਤਾਕਤਾਂ ਤੁਹਾਡੇ ਕੋਲ ਆਉਣਗੀਆਂ ਜੀ। 10ਵੇਂ ਜਾਮੇ ਵਿੱਚ ਆ ਕੇ ਫਿਰ ਲਵਾਂਗੇ ਤੁਹਾਡੇ ਕੋਲੋਂ। ਕਹਿਣ ਲੱਗੇ ਕੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪਹਿਲਾਂ ਹੀ ਸਤਿਗੁਰੂ ਜੀ ਨੇ ਸਾਰੇ ਬਚਨ ਕਰ ਦਿੱਤੇ ਜੀ ਪਹਿਲਾਂ ਹੀ ਜੀ। ਜਿਵੇਂ ਕੜਾਹ ਪ੍ਰਸ਼ਾਦ ਦਾ ਮਹਾਤਮ ਹੈ ਨਾ ਸਿੱਖ ਸੰਗਤਾਂ ਵਿੱਚ, ਉਵੇਂ ਤੁਹਾਡਾ ਵੀ ਮਹਾਤਮ ਹੋਏਗਾ। ਮਹਾਰਾਜ ਕਹਿਣ ਲੱਗੇ ਤੁਹਾਡਾ ਵੀ ਮਹਾਤਮ ਹੋਏਗਾ।
ਭਾਈ ਉਗਰੂ ਜੀ, ਭਾਈ ਕਲਿਆਣਾ ਜੀ, ਇਹਨਾਂ ਉੱਤੇ ਵੀ ਮਹਾਰਾਜ ਬੜੇ ਖੁਸ਼ ਹੋਏ ਆ। ਇਹਨਾਂ ਨੂੰ ਵੀ ਮਹਾਨ ਪਦਵੀ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆ ਕਿ ਤੁਸੀਂ ਸਾਡੇ ਨਜ਼ਦੀਕੀ ਹੋ, ਕਹਿਣ ਲੱਗੇ ਸਦਾ ਹੀ ਸਾਡੇ ਨਜ਼ਦੀਕੀ ਰਹੋਗੇ। ਹਜ਼ੂਰ ਮਹਾਰਾਜ ਗਰੀਬ ਨਵਾਜ ਜੀ ਨੇ ਇਹਨਾਂ ਨੂੰ, ਇਹਨਾਂ ਦੇ ਖਾਨਦਾਨ ਕਿੱਥੇ ਕਿੱਥੇ ਵਸਣਗੇ, ਇਹ ਵੀ ਫਿਰ ਉਸ ਦਿਨ ਬਖਸ਼ਿਸ਼ ਕੀਤੀ ਜਿਸ ਦਿਨ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਉਦਘਾਟਨ ਹੋਇਆ ਜੀ। ਹਾਂਜੀ, ਬਾਹਰੀ ਤੌਰ ਤੇ ਅਸੀਂ ਕਹਿ ਦਿਆਂਗੇ ਵੀ ਆਹ ਸਿੱਖ ਸਨ, ਗੁਪਤ ਰੂਪ ਵਿੱਚ ਉੱਥੇ ਕਿੰਨੇ ਕਿੰਨੇ ਹਾਜ਼ਰੀ ਲਵਾਈ ਹੈ, ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਜਾਣਦੇ ਹਨ। ਹੁਣ ਆਪਾਂ ਅੱਗੋਂ ਕਥਾ ਸੁਣਨੀ ਹੈ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਨਾਲ ਸਾਰੀਆਂ ਹੀ ਸੰਗਤਾਂ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਭਾਈ ਜੇਠਾ ਸਿੱਖ ਪਿਰਾਣਾ। ਗੁਰੂ ਸਾਹਿਬ ਜੀ ਦੀ ਹਾਜ਼ਰੀ ਚ ਉੱਥੇ ਭਾਈ ਜੇਠਾ ਜੀ ਬੈਠੇ ਹੋਏ ਨੇ ਜੀ। ਜਿੱਥੇ ਭਾਈ ਜੇਠਾ ਜੀ ਬੈਠੇ ਹੋਏ ਨੇ ਉੱਥੇ ਭਾਈ ਪਿਰਾਣਾ ਜੀ ਬੈਠੇ ਹੋਏ ਨੇ ਜੀ। ਇਹ ਬੜੇ ਬੜੇ ਮਹਾਨ ਸਿੱਖ ਨੇ। ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਇਹ ਉਹ ਸਿੱਖ ਨੇ ਜਦੋਂ ਸਤਿਗੁਰੂ ਜੀ ਸ਼ਹੀਦੀ ਦੇਣ ਵਾਸਤੇ ਗਏ ਆ ਨਾ, ਉਦੋਂ ਵੀ ਲਾਹੌਰ ਇਹ ਸਤਿਗੁਰੂ ਜੀ ਦੇ ਨਾਲ ਗਏ ਸਨ ਜੀ। ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠੇ ਨੇ। ਹਾਂਜੀ। ਪੈੜਾ ਅਪਰ ਲੰਗਾਹ ਮਹਾਣਾ। ਭਾਈ ਪੈੜਾ ਜੀ ਤੇ ਭਾਈ ਲੰਗਾਹ ਜੀ, ਇਹ ਵੀ ਬੜੇ ਮਹਾਨ ਸਿੱਖ ਨੇ। ਭਾਈ ਲੰਗਾਹ ਜੀ ਬਹੁਤ ਅਮੀਰ ਨੇ ਜੀ, ਕਈ ਪਿੰਡਾਂ ਦੇ ਚੌਧਰੀ ਨੇ। ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਇਹਨਾਂ ਦਾ ਮਹਾਰਾਜ ਨਾਲ ਬੜਾ ਹੀ ਪਿਆਰ ਹੈ, ਗੁਰੂ ਅਰਜਨ ਸਾਹਿਬ ਜੀ ਨਾਲ ਜੀ। ਤੇ ਫਿਰ ਬੇਨਤੀ ਕਰਨ ਲੱਗਾ, ਸੰਗਤ ਜੀ ਇਹ ਉਹ ਸਿੱਖ ਨੇ ਗੁਰੂ ਦੇ ਪਿਆਰੇ, ਜਦੋਂ ਮਹਾਰਾਜ ਸ਼ਹੀਦੀ ਦੇਣ ਗਏ ਮਹਾਰਾਜ ਨੇ ਇਹਨਾਂ ਨੂੰ ਨਾਲ ਲੈ ਕੇ ਗਏ ਸਨ। ਸਤਿਗੁਰੂ ਜੀ ਇਹਨਾਂ ਨੂੰ ਨਾਲ ਲੈ ਕੇ ਗਏ ਸਨ। ਹਾਂਜੀ। ਇਤਿਆਦਿਕ ਸਿੱਖ ਕੋ ਗਨੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਮੈਂ ਇਸ ਤਰੀਕੇ ਦੇ ਕਿੰਨੇ ਕੁ ਸਿੱਖਾਂ ਦੇ ਤੁਹਾਨੂੰ ਨਾਮ ਦੱਸਾਂ ਜਿਹੜੇ ਉਸ ਸਮੇਂ ਮਹਾਰਾਜ ਜੀ ਦੀ ਹਾਜ਼ਰੀ 'ਚ ਬੈਠੇ ਹੋਏ ਸਨ ਜੀ। ਹਾਂਜੀ, ਵੇਖੋ ਅੱਜ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ, ਕਈ ਪ੍ਰੇਮੀ ਰੋਜ਼ ਹੀ ਆ ਕੇ ਬੈਠਦੇ ਆ, ਉਦੋਂ ਇਹੋ ਹੀ ਪ੍ਰੇਮੀ ਸਨ ਜੀ। ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, ਭਾਈ ਪਿਰਾਣਾ ਜੀ, ਭਾਈ ਸਾਲੋ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਭਗਤੂ ਜੀ, ਕਿੱਡੇ ਮਹਾਨ ਮਹਾਨ ਸਿੱਖ ਨੇ ਜੀ ਇਹ ਸਾਰੇ। ਹਾਂਜੀ। ਕਾਲੀ ਘਾਲ ਕਿਤਕ ਕੋ ਭੰਨੀਐ। ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਸੰਗਤ ਜੀ ਸਰੋਵਰ ਬਣਾਉਣ ਸਮੇਂ, ਹਰਮੰਦਰ ਸਾਹਿਬ ਜੀ ਦੇ ਨਿਰਮਾਣ ਸਮੇਂ ਸਿੱਖਾਂ ਨੇ ਕਿੰਨੀ ਕੁ ਘਾਲਣਾ ਘਾਲੀ ਹੈ, ਇਹ ਮੈਂ ਲਿਖ ਕੇ ਨਹੀਂ ਦੱਸ ਸਕਦਾ। ਕਹਿਣ ਲੱਗੇ ਬੜੀ ਮਿਹਨਤ ਕੀਤੀ ਹੈ। ਅਜ਼ਮਤ ਯੁੱਤ ਸਗਰੇ ਹੋਏ ਗਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਇਹ ਗੱਲਾਂ ਬੜੇ ਹੀ ਧਿਆਨ ਨਾਲ ਸੁਣਨ ਵਾਲੀਆਂ ਨੇ, ਬੜਾ ਭਰੋਸਾ ਵੱਜਦਾ ਇਹਨਾਂ ਗੱਲਾਂ ਨੂੰ ਸੁਣ ਕੇ। ਸਤਿਗੁਰੂ ਜੀ ਇਹਨਾਂ ਤੇ ਖੁਸ਼ ਹੋਏ ਜੀ। ਇਹ ਸਾਰੇ ਕਰਾਮਾਤੀ ਹੋ ਗਏ ਜੀ। ਕਰਾਮਾਤੀ ਤੋਂ ਭਾਵ ਇਹਨਾਂ ਵਿੱਚ ਤਾਕਤਾਂ ਆ ਗਈਆਂ ਜੀ। ਹਾਂਜੀ। ਬ੍ਰਹਮ ਗਿਆਨ ਉਰਮੈਨ ਉਪਜੈ। ਸਭ ਤੋਂ ਪਹਿਲੀ ਵੱਡੀ ਬਖਸ਼ਿਸ਼ ਜਿਹੜੀ ਹੋਈ ਨਾ ਜੀ ਇਹਨਾਂ ਵਿੱਚ, ਇਹ ਸਾਰੇ ਸਿੱਖ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੇ ਜੀ। ਸਾਰੇ ਜੀ ਸਭ ਬ੍ਰਹਮ ਗਿਆਨੀ ਬਣੇ ਜੀ। ਇੰਨੀ ਇਹਨਾਂ ਉੱਤੇ ਕਿਰਪਾ ਵਰਤੀ, ਮਿਹਰ ਵਰਤੀ ਰੱਬ ਦੀ ਜੀ। ਸਿੱਧਾਂ ਸਕਲ ਅਗਾਰੀ ਖਰੀ। ਹੁਣ ਇਹਨਾਂ ਦੇ ਅੱਗੇ ਹਰ ਤਰ੍ਹਾਂ ਦੀਆਂ ਸਿੱਧੀਆਂ ਆ ਕੇ ਖਲੋ ਗਈਆਂ ਜੀ, ਹਰ ਤਰ੍ਹਾਂ ਦੀ। ਹੁਣ ਤੁਸੀਂ ਸੁਣਿਓ, ਜੇਠਾ ਜੀ, ਪੈੜਾ ਜੀ, ਪਿਰਾਣਾ ਜੀ, ਲੰਗਾਹ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਗਏ ਸਨ ਜੀ ਲਾਹੌਰ। ਕਿਵੇਂ ਤਸ਼ੱਦਦ ਇਹਨਾਂ ਨੇ ਸਹਿਆ ਸਤਿਗੁਰੂ ਜੀ ਦੇ ਹੁਕਮ ਵਿੱਚ, ਪਰ ਇਹਨਾਂ ਸਿੱਖਾਂ ਵਿੱਚ ਤਾਕਤਾਂ ਕਿਹੜੀਆਂ ਕਿਹੜੀਆਂ ਸਨ ਉਹ ਸੁਣੋ ਜੀ।
ਹਾਂਜੀ। ਜਿਮ ਚਾਹੈ ਲੈ ਤੂਰਨ ਕਰੀ। ਕਹਿਣ ਲੱਗੇ ਇਹਨਾਂ ਵਿੱਚ ਸਭ ਤੋਂ ਵੱਡੀ ਤਾਕਤ ਇਹ ਆਈ, ਜੋ ਵੀ ਚਾਹਣ ਇਹ ਕਰ ਸਕਦੇ ਸਨ ਸਾਰੇ ਸਿੱਖ ਜੀ। ਸੇਵਾ ਦੇ ਪ੍ਰਤਾਪ ਨਾਲ ਗੱਜ ਕੇ ਆਖੋ ਵਾਹਿਗੁਰੂ। ਜੋ ਚਾਹਣ ਨਾ ਇਹ ਸਿੱਖ ਕਰ ਸਕਦੇ ਸਨ ਜੀ। ਹੁਣ ਵੇਖ ਲਓ, ਇਹੋ ਹੀ ਸਿੱਖ ਨੇ ਜਿਹੜੇ ਲਾਹੌਰ ਹਵੇਲੀ 'ਚ ਬੈਠੇ ਰਹੇ। ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਨੂੰ ਕਿਹਾ ਸੀ ਤੁਸੀਂ ਕਰਾਮਾਤ ਨਹੀਂ ਵਿਖਾਉਣੀ ਕੋਈ। ਉਂਝ ਦਰਬਾਰ ਸਾਹਿਬ ਦੀ ਸੇਵਾ ਕਰ ਕਰਕੇ ਇਹਨਾਂ 'ਚ ਤਾਕਤ ਆਈ ਸੀ, ਇਹ ਕੁਝ ਵੀ ਕਰ ਸਕਦੇ ਸਨ ਜੀ। ਹਾਂਜੀ। ਚੜ੍ਹਨ ਆਕਾਸ਼ ਉਠਾਵਨ ਸੈਲ। ਗੱਜ ਕੇ ਆਖੋ ਵਾਹਿਗੁਰੂ। ਆਕਾਸ਼ ਤੇ ਚੜ ਸਕਦੇ ਸਨ ਜੀ ਇੱਕ ਖਿੰਨ ਵਿੱਚ ਦੀ। ਉੱਡਣ ਦੀ ਤਾਕਤ ਇਹਨਾਂ ਵਿੱਚ ਸੀਗੀ ਜੀ। ਹਾਂਜੀ। ਫਿਰ ਸਿੱਖਾਂ ਵਿੱਚ ਇੰਨੀ ਤਾਕਤ ਸੀਗੀ, ਇਹ ਪਹਾੜ ਵੀ ਆਪਣੇ ਹੱਥਾਂ ਤੇ ਚੁੱਕ ਸਕਦੇ ਸੀਗੇ ਜੀ। ਹਾਂਜੀ। ਕੋਸ ਹਜ਼ਾਰਨ ਕੋ ਵੱਡ ਗੈਲ। ਹਜ਼ਾਰਾਂ ਕੋਹ ਤੱਕ ਇਹ ਇੱਕ ਖਿੰਨ ਵਿੱਚ ਜਾ ਸਕਦੇ ਸੀਗੇ ਜੀ। ਅੱਜ ਕੇ ਆਖੋ ਵਾਹਿਗੁਰੂ। ਹਜ਼ਾਰਾਂ ਕੋਹ ਤੱਕ ਜੀ। ਹਾਂਜੀ। ਬੜੇ ਕਿਲੋਮੀਟਰ ਬਣ ਜਾਂਦੇ ਜੀ। ਹਜ਼ਾਰਾਂ ਕੋਹ ਲੱਖਾਂ ਹੀ ਕਿਲੋਮੀਟਰ ਬਣ ਜਾਂਦੇ ਹੋਣੇ ਆ ਜੀ। ਇੱਕ ਖਿੰਨ ਵਿੱਚ ਜਾ ਸਕਦੇ ਨੇ ਜੀ ਉੱਥੇ ਜੀ। ਕਿੰਨਾ ਮਹਾਨ ਹੈ ਹਰਿਮੰਦਰ ਸਾਹਿਬ। ਇੱਥੋਂ ਦੀ ਸੇਵਾ ਕਰਕੇ ਕਿੰਨੀ ਤਾਕਤ ਆਈ ਜੀ ਸਿੱਖਾਂ ਵਿੱਚ ਜੀ। ਨਿਮਖ ਬਿਖੈ ਪਹੁੰਚੈ ਜਬ ਚਾਹੈ। ਜਦੋਂ ਚਾਹਣ ਅੱਖ ਝਮਕਣ ਦੇ ਸਮੇਂ ਮਾਤਰ ਹੀ ਸਾਧ ਸੰਗਤ ਜੀ ਉੱਥੇ ਪਹੁੰਚ ਸਕਦੇ ਜੀ। ਲੱਖਾਂ ਕਿਲੋਮੀਟਰ ਦੂਰ ਪਹੁੰਚ ਸਕਦੇ ਜੀ। ਹੋਰ ਸੁਣ ਲਓ, ਲੱਖਾਂ ਕਿਲੋਮੀਟਰ ਦੇ ਅੰਦਰ ਅੰਦਰ ਜੋ ਕੋਈ ਕਰ ਰਿਹਾ, ਇਹਨਾਂ ਸਿੱਖਾਂ ਨੂੰ ਉੱਥੇ ਬੈਠਿਆਂ ਹੀ ਵਿਖੀ ਜਾਂਦਾ ਜੀ ਸਾਰਾ ਕੁਝ ਜੀ। ਜੋ ਕੁਝ ਵੀ ਹੋ ਰਿਹਾ ਜੀ। ਇੰਨੀਆਂ ਮਹਾਨ ਤਾਕਤਾਂ ਇਹਨਾਂ ਗੁਰਸਿੱਖਾਂ ਦੇ ਅੰਦਰ ਆਈਆਂ ਜੀ। ਹਾਂਜੀ। ਸ਼ਿਤ ਕੰਪਾਵਤ ਸਿੰਧ ਉਮਾ ਹੈ। ਜੇ ਇਹ ਚਾਹਣ ਨਾ ਜੀ, ਇਹਨਾਂ ਵਿੱਚ ਇੰਨੀ ਜ਼ਿਆਦਾ ਤਾਕਤ ਆ ਚੁੱਕੀ ਹੈ, ਧਰਤੀ ਤੇ ਪੈਰ ਮਾਰ ਕੇ ਧਰਤੀ ਨੂੰ ਕੰਬਣੇ ਲਾ ਦੇਣ ਜੀ। ਛੋਟੀ ਗੱਲ ਨਹੀਂ। ਇਹ ਨਾ ਸਮਝਿਓ ਇਹ ਹਵਾ 'ਚ ਹੀ ਬੋਲੀ ਜਾਂਦਾ ਹੈ। ਹਵਾ 'ਚ ਨਹੀਂ। ਸੰਗਤ ਜੀ ਕਮਾਈ ਕਰਕੇ ਵੇਖ ਲਿਓ, ਹਰਿਮੰਦਰ ਸਾਹਿਬ ਤੇ ਉਹੀ ਹੀ ਹੈ। ਹਰਿਮੰਦਰ ਸਾਹਿਬ ਤੇ ਉਹੀ ਹੈ ਨਾ। ਹਾਂਜੀ। ਦਿੱਲੀ ਆਦਿਕ ਅਪਰ ਲਾਹੌਰ। ਜੇ ਇਹ ਚਾਹਣ ਸਾਗਰ ਨੂੰ ਵੀ ਉਛਾਲ ਕੇ ਪਰਾਂ ਕਰ ਦੇਣ ਜੀ। ਫਿਰ ਦਿੱਲੀ ਤੇ ਲਾਹੌਰ ਜਿੱਥੇ ਵੱਡੇ ਵੱਡੇ ਤਖਤ ਨੇ ਜੀ। ਹਾਂਜੀ। ਪਕਰ ਉਠਾਏ ਭਿਰਾਵੈ ਦੌਰ। ਇਹ ਚਾਹਣ ਇਹਨਾਂ ਸਿੱਖਾਂ ਵਿੱਚ ਸੇਵਾ ਕਰ ਕਰਕੇ ਇੰਨੀ ਤਾਕਤ ਆ ਗਈ ਸੀਗੀ, ਇਹ ਚਾਹਣ ਤੇ ਦੋਵਾਂ ਨੂੰ ਆਪਸ ਵਿੱਚ ਟਕਰਾ ਕੇ ਖਤਮ ਕਰ ਦੇਣ ਜੀ। ਐਵੇਂ ਥੋੜੀ ਭਾਈ ਪੈੜਾ ਜੀ ਨੇ ਕਿਹਾ ਸੀਗਾ ਜੀ, ਭਾਈ ਪਿਰਾਣਾ ਜੀ ਨੇ ਵੀ ਕਿਹਾ ਸੀ। ਗੁਰੂ ਅਰਜਨ ਸਾਹਿਬ ਜੀ ਜਦੋਂ ਤੱਤੀ ਤਵੀ ਤੇ ਬੈਠੇ ਆ, ਇਹਨਾਂ ਕਿਹਾ ਸੀ ਮਹਾਰਾਜ ਇੰਨਾ ਤਸ਼ੱਦਦ ਸਹਿ ਰਹੇ ਹੋ, ਸਾਨੂੰ ਕੰਮ ਕਰੋ, ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਈਏ ਜੀ। ਉਹ ਵੀ ਸਿੱਖ ਵਿੱਚ ਹੀ ਨੇ ਸਾਰੇ। ਇਹ ਸਾਰੀਆਂ ਤਾਕਤਾਂ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰ ਕਰਕੇ ਇਹਨਾਂ ਨੂੰ ਪ੍ਰਾਪਤ ਹੋਈਆਂ ਜੀ। ਵੱਡੋ ਸਰੀਰ ਵਧਾਵਹਿ ਐਸੀ। ਜੇ ਇਹ ਚਾਹਣ ਆਪਣੇ ਸਰੀਰ ਨੂੰ ਬੜਾ ਵੱਡਾ ਕਰ ਸਕਦੇ ਜੀ, ਬਹੁਤ ਵੱਡਾ ਜੀ। ਹਾਂਜੀ। ਬੀਚ ਆਕਾਸ਼ ਨੇ ਮੇਵਹਿ ਜੈਸੇ। ਮਤਲਬ ਇੰਨਾ ਵੱਡਾ ਸਰੀਰ ਕਰ ਸਕਦੇ ਆ, ਆਕਾਸ਼ ਵਿੱਚ ਸਮਾਇਆ ਨਹੀਂ ਜਾ ਸਕਦਾ ਜੀ। ਇੰਨਾ ਵੱਡਾ ਸਰੀਰ। ਤੁਸੀਂ ਕਹੋਗੇ ਇਹ ਗੱਲਾਂ ਹੋ ਸਕਦੀਆਂ ਜੀ? ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਬੈਠੇ ਹੈ। ਹਾਂਜੀ। ਮਹਾਂਪੁਰਖ ਇਹਨਾਂ ਦੇ ਕੋਲ ਬੈਠੇ, ਇਹਨਾਂ ਦੇ ਅੱਖੀਂ ਵੇਖੀ ਗੱਲ ਹੈ, ਇਹਨਾਂ ਦੇ ਘਰ ਵਰਤੀ ਹੈ। ਹਾਂਜੀ। ਬਹੁਤ ਲੰਬੀ ਬਾਂਹ ਕਰ ਲਈ, ਫਿਰ ਛੋਟੀ ਕਰ ਲਈ ਜੀ। ਕਦੇ ਸਰੀਰ ਨੂੰ ਵੱਡਾ ਕਰ ਲੈਣ, ਕਦੇ ਛੋਟਾ ਕਰ ਲੈਣ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ। ਇਹ ਮੈਂ ਤਾਂ ਬੇਨਤੀ ਕਰਨੀ ਆ ਵੀ ਇਹ ਨਾ ਸੋਚੋ ਵੀ ਹਵਾ ਵਿੱਚ ਹੀ ਨੇ ਬੰਦੇ ਜਿਉਂਦੇ ਜਾਗਦੇ ਬੈਠੇ, ਜਿਨ੍ਹਾਂ ਗੁਰਮੁਖਾਂ ਕੋਲੇ ਤਾਕਤਾਂ ਵਰਤਦੀਆਂ ਵੇਖੀਆਂ ਨੇ ਜੀ।
ਇਹਨਾਂ ਦੇ ਘਰ ਖੇਡ ਵਰਤੀ ਜੀ ਸਾਰੀ ਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਕੇ ਗੁਰਸਿੱਖਾਂ 'ਚ ਬਲ ਆ ਗਿਆ ਜੀ। ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਬਿਧੀ ਚੰਦ ਜੀ, ਭਾਈ ਭਗਤੂ ਜੀ, ਭਾਈ ਕਲਿਆਣਾ ਜੀ, ਭਾਈ ਉਗਰੂ ਜੀ, ਭਾਈ ਕੰਧੂ ਜੀ, ਭਾਈ ਛੱਜਲ ਜੀ, ਇਹਨਾਂ 'ਚ ਤਾਕਤਾਂ ਆ ਗਈਆਂ ਜੀ। ਹਾਂਜੀ, ਅਣ ਬਣ ਜਾਣ ਨਾ ਦੇਹ ਦਿਖਾਈ। ਤੇ ਫਿਰ ਸਿੱਖਾਂ ਵਿੱਚ ਹੋਰ ਤਾਕਤ ਆਈ ਜੀ। ਪਤਾ ਕੀ ਆਈ ਜੀ? ਇਹ ਬਿਲਕੁਲ ਛੋਟਾ ਜਿਹਾ ਕਣ ਬਣ ਸਕਦੇ ਸੀ ਸਰੀਰ ਇਹਨਾਂ ਦਾ, ਮਤਲਬ ਕਿਸੇ ਨੂੰ ਵੇਖੇ ਹੀ ਨਾ ਸਰੀਰ ਜੀ। ਇੰਨਾ ਛੋਟਾ ਵੀ ਸਰੀਰ ਕਰ ਸਕਦੇ ਸੀਗੇ ਜੀ। ਹਾਂਜੀ, ਉੱਡਣ ਸ਼ਕਤ ਪਹੁੰਚੈ ਸਭ ਥਾਈਂ। ਉੱਡਣ ਦੀ ਸ਼ਕਤੀ ਵੀ ਇਹਨਾਂ ਵਿੱਚ ਆਈ ਸੀਗੀ ਜੀ। ਸਭ ਥਾਵਾਂ ਤੇ ਪਹੁੰਚ ਸਕਦੇ ਸੀ। ਕਮਾਲ ਦੀ ਗੱਲ ਇਹ ਹੈ, ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਭਾਈ ਪੈੜਾ ਜੀ, ਲੰਗਾ ਜੀ, ਹਾਂਜੀ, ਭਾਈ ਪਿਰਾਣਾ ਜੀ, ਭਾਈ ਜੇਠਾ ਜੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਲਾਹੌਰ 'ਚ ਚੁੱਪ ਕਰਕੇ ਬੈਠੇ ਰਹੇ ਸੀਗੇ ਜੀ। ਹਾਂਜੀ, ਪਲਟ ਸਰੀਰ ਚਾਹੈ ਚਿਤ ਜੈਸੇ। ਫਿਰ ਹੋਰ ਸ਼ਕਤੀ ਸੀ ਇਹਨਾਂ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਇਹ ਚਾਹਣ ਆਪਣਾ ਸਰੀਰ ਜਿਹੜਾ ਹੈ ਨਾ ਕਿਸੇ ਵੀ ਰੂਪ ਵਿੱਚ ਬਦਲ ਸਕਦੇ ਸੀਗੇ ਜੀ। ਇਹਦਾ ਮੈਂ ਇੱਕ ਨਿੱਕਾ ਜਿਹਾ ਪ੍ਰਮਾਣ ਦੇਣਾ ਜੀ। ਅੱਗੇ ਜਾ ਕੇ ਕਥਾ ਆਏਗੀ। 6ਵੇਂ ਪਾਤਸ਼ਾਹ ਮਹਾਰਾਜ ਗਵਾਲੀਅਰ ਨੇ, ਹਾਂਜੀ, ਬਾਦਸ਼ਾਹ ਆਪਣੇ ਘਰ ਹੈ, ਮਹਿਲਾਂ 'ਚ ਹੈ, ਛੱਡ ਨਹੀਂ ਸੀ ਰਿਹਾ। ਭਾਈ ਜੇਠਾ ਜੀ ਰੋਜ਼ ਰਾਤ ਨੂੰ ਉਹਦੇ ਮਹਿਲਾਂ 'ਚ ਪਹੁੰਚਦੇ ਸਨ ਜੀ। ਤੁਸੀਂ ਸੁਣਿਆ ਨਾ, ਲੱਖਾਂ ਕਿਲੋਮੀਟਰ ਤੱਕ ਇੱਕ ਖਿਣ 'ਚ ਪਹੁੰਚ ਸਕਦੇ ਸੀਗੇ ਜੀ। ਤਾਕਤ ਸੀ ਉਹਨਾਂ ਕੋਲ ਜੀ। ਸਰੀਰ ਬਦਲ ਸਕਦੇ ਸਨ। ਹਾਂਜੀ, ਰੋਜ਼ ਰਾਤ ਸ਼ੇਰ ਦਾ ਸਰੀਰ ਬਣਾ ਕੇ ਉਹਦੀ ਛਾਤੀ ਤੇ ਚੜ੍ਹਦੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਤਾਕਤਾਂ ਕਿੱਥੋਂ ਆਈਆਂ ਨੇ? ਇਹ ਵੀ ਤਾਕਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਕੇ ਆਈਆਂ ਨੇ ਜੀ। ਇਹ ਬਖਸ਼ਿਸ਼ਾਂ ਉੱਥੋਂ ਪ੍ਰਾਪਤ ਹੋਈਆਂ ਨੇ ਜੀ। ਹਾਂਜੀ, ਤਤ ਛਿਨ ਅਪਰਲੇਤ ਧਰ ਤੈਸੇ। ਹਾਂਜੀ, ਫਿਰ ਪੜਿਓ। ਪਲਟ ਸਰੀਰ ਚਾਹੈ ਚਿਤ ਜੈਸੇ। ਤਤ ਛਿਨ ਅਪਰਲੇਤ ਧਰ ਤੈਸੇ। ਤੁਰੰਤ ਹੋਰ ਸਰੀਰ ਵੀ ਬਣਾ ਸਕਦੇ ਸੀਗੇ ਜੀ। ਸਰੀਰ ਪਲਟ ਵੀ ਸਕਦੇ ਸੀ ਤੇ ਉਹਦੇ ਤੋਂ ਬਾਅਦ ਹੋਰ ਸਰੀਰ ਬਣਾ ਕੇ ਮੁੜ ਆਪਣੇ ਸਰੀਰ ਵਿੱਚ ਵੀ ਆ ਸਕਦੇ ਸੀ। ਰਾਤੋਂ ਰਾਤ ਗਵਾਲੀਅਰ ਤੋਂ ਭਾਈ ਜੇਠਾ ਜੀ ਦਿੱਲੀ ਪਹੁੰਚਦੇ ਜੀ ਇੱਕ ਛਿਨ 'ਚ, ਤੇ ਸਿੱਧਾ ਹੀ ਉਹਦੇ ਬੈੱਡ ਤੇ ਸ਼ੇਰ ਬਣ ਕੇ ਪਹੁੰਚਦੇ ਸੀਗੇ ਜੀ। ਹਾਂਜੀ, ਜਿਤੀ ਸਮਰੱਥਾ ਹੈ ਜਗ ਮਾਹੀ। ਕਹਿਣ ਲੱਗੇ ਹੋਰ ਸੁਣ ਲੋ, ਜਿੰਨੀ ਤਾਕਤ ਹੈ ਨਾ ਗੁਪਤ ਤੇ ਪ੍ਰਗਟ ਇਸ ਸੰਸਾਰ 'ਚ, ਜਿੰਨੀ ਤਾਕਤ ਹੈ, ਹਾਂਜੀ, ਅਸ ਕੋ ਨਹੀਂ ਜੋ ਤਿਨ ਢਿਗ ਨਾਹੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਕੇ ਉਹ ਸਾਰੀ ਤਾਕਤ ਇਹਨਾਂ ਵਿੱਚ ਆ ਗਈ ਜਿਹੜੀ ਇਸ ਜਗਤ ਵਿੱਚ ਹੈ। ਇਹੋ ਜਿਹੀ ਕੋਈ ਤਾਕਤ ਹੀ ਨਹੀਂ ਸੀ ਜਿਹੜੀ ਸਿੱਖਾਂ ਦੇ ਸਰੀਰ ਵਿੱਚ ਨਹੀਂ ਆਈ ਜੀ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਵੱਡਾ ਜੀ ਹਰਿਮੰਦਰ ਸਾਹਿਬ, ਕਿੰਨਾ ਮਹਾਨ ਹੈ ਜੀ। ਹਾਂਜੀ, ਤਾਉ ਗੁਰੂ ਕੋ ਘਰ ਬਹੁ ਨੀਵਾ। ਫਿਰ ਵੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਸਿੱਖੋ ਸਤਿਗੁਰੂ ਜੀ ਦਾ ਘਰ ਬੜਾ ਨੀਵਾਂ ਹੈ। ਨੀਵੇਂ ਦਾ ਭਾਵ ਨਿਮਰਤਾ ਵਾਲਾ ਹੈ। ਘਰ ਤੇ ਮਹਾਰਾਜ ਦਾ ਬਹੁਤ ਵੱਡਾ ਹੈ, ਨਿਮਰਤਾ ਵਾਲਾ ਹੈ। ਹਾਂਜੀ, ਅਜਰ ਜਰਨ ਸਭ ਹਿੰਮਤ ਥੀਵਾ। ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਅਜਰ ਨੂੰ ਜਰਨਾ ਸਿਖਾਇਆ ਜੀ। ਅਜਰ ਨੂੰ ਜਰਨਾ ਸਿਖਾਇਆ। ਕਮਾਲ ਦੀ ਗੱਲ ਹੈ, ਸਿੱਖਾਂ ਵਿੱਚ ਉਹ ਸ਼ਕਤੀਆਂ ਆਈਆਂ ਜਿਹੜੀਆਂ ਆਮ ਬੰਦਾ ਸੋਚ ਵੀ ਨਹੀਂ ਸਕਦਾ ਜੀ। ਪਰ ਉਹ ਸ਼ਕਤੀਆਂ ਲਿਆ ਕੇ ਦੇ ਕੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਜਰ ਜਾਓ ਹੁਣ। ਹਾਂਜੀ, ਜੇ ਕਰ ਗੁਰ ਹਿਤ ਕਿਨਹੁ ਦਿਖਾਈ। ਕਹਿ ਨਿਜ ਹਿਤ ਕਰ ਸ਼ਕਤ ਲਗਾਈ। ਹੁਣ ਅਗਲੀ ਗੱਲ ਸੁਣੋ। ਜੇ ਗੁਰੂ ਸਾਹਿਬ ਵਾਸਤੇ ਵੀ ਜਾਂ ਆਪਣੀ ਵਡਿਆਈ ਵਿਖਾਉਣ ਵਾਸਤੇ ਵੀ ਸਿੱਖਾਂ ਨੇ ਇਹ ਤਾਕਤ ਵਿਖਾਈ ਜੀ ਕਿਤੇ। ਹਾਂਜੀ, ਸੋ ਸਤਿਗੁਰ ਕੇ ਉਰ ਨਹਿ ਭਾਈ। ਉਹ ਫਿਰ ਮਹਾਰਾਜ ਨੂੰ ਚੰਗੀ ਨਹੀਂ ਲੱਗੀ ਜੀ।
ਭਾਈ ਜੇਠਾ ਜੀ ਤੇ ਉਦੋਂ ਵੀ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ, ਜਦੋਂ ਮਹਾਰਾਜ ਲਾਹੌਰ ਸਨ, ਮਹਾਰਾਜ ਮੈਂ ਤਾਕਤ ਵਿਖਾ ਦਿਆਂ। ਮਹਾਰਾਜ ਕਹਿੰਦੇ ਨਾ, ਇਹ ਕੰਮ ਨਹੀਂ ਕਰਨਾ। ਹਾਂਜੀ, ਸ਼ੀਨ ਲੀਨ ਦੀਨਸ ਸਮਝਾਈ। ਮਹਾਰਾਜ ਫਿਰ ਖੋ ਵੀ ਲੈਂਦੇ ਸਨ, ਤਾਕਤਾਂ ਖੋ ਲੈਂਦੇ ਸਨ, ਤੇ ਫਿਰ ਸਮਝਾ ਕੇ ਵਾਪਸ ਵੀ ਦੇ ਦਿੰਦੇ ਸਨ ਜੀ। ਭਾਈ ਜੇਠਾ ਜੀ ਕੋਲੋਂ 6ਵੇਂ ਪਾਤਸ਼ਾਹ ਤਾਕਤ ਖੋਹ ਲੈਣ ਲੱਗੇ ਸਨ ਸਾਰੀ ਜੀ। ਇਹ ਜਿੰਨੀ ਬਖਸ਼ਿਸ਼ ਆਈ ਸੀ ਨਾ, ਇਹ ਖੋਹਣ ਲੱਗੇ ਸਨ ਸਾਰੀ। ਹਾਂਜੀ, ਉਹ ਕਿਵੇਂ ਜੀ? ਜਦੋਂ ਉਹਨਾਂ ਨੇ ਸ਼ੇਰ ਬਣੇ ਜੀ, ਜਦੋਂ ਤਾਕਤ ਖੋਹਣ ਲੱਗੇ ਤੇ ਸਾਧ ਸੰਗਤ ਜੀ, 6ਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਭਾਈ ਜੇਠਾ ਜੀ ਆ ਕੇ ਕਹਿਣ ਲੱਗੇ, ਮਹਾਰਾਜ ਇਹ ਤਾਕਤ ਮੈਨੂੰ ਬਾਬਾ ਬੁੱਢਾ ਜੀ ਨੇ ਕਿਹਾ ਸੀ ਵਰਤਣ ਵਾਸਤੇ। ਮਹਾਰਾਜ ਕਹਿੰਦੇ ਚਲੋ ਫਿਰ ਰਹਿਣ ਦਿੰਦੇ, ਨਹੀਂ ਤਾਂ ਮਹਾਰਾਜ ਖੋ ਵੀ ਲੈਂਦੇ ਸਨ, ਸਮਝਾ ਕੇ ਫਿਰ ਤਾਕਤ ਦੇ ਦਿੰਦੇ ਸਨ। ਹਾਂਜੀ, ਜਿਨਹੁ ਸੁਧਾਸਰ ਸੇਵਾ ਕੀਨਸ। ਜਿਨੇ ਵੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ, ਇਮ ਸਭ ਕੋ ਗੁਰ ਬਖਸ਼ਿਸ਼ ਦੀਨਸ। ਐਸੀਆਂ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਜੀ ਨੇ ਦਿੱਤੀਆਂ ਜੀ। ਫਿਰ ਜੀ ਐਸੀਆਂ ਬਖਸ਼ਿਸ਼ਾਂ ਦਿੱਤੀਆਂ, ਕਮਾਲ ਦੀਆਂ ਤਾਕਤਾਂ ਦਿੱਤੀਆਂ। ਸੰਗਤ ਜੀ, ਅੱਜ ਵੀ ਕੋਈ ਨੇਮ ਦੇ ਨਾਲ ਨਿਸ਼ਕਾਮ ਹੋ ਕੇ ਸੇਵਾ ਕਰੇ ਜੀ, ਨਿਸ਼ਕਾਮ ਹੋ ਕੇ ਜੀ, ਉਹਦੇ ਤੇ ਮਿਹਰ ਹੋ ਜਾਂਦੀ ਜੀ। ਹਾਂਜੀ, ਸਿੱਖ ਅਨੇਕ ਨਿਹਾਲ ਕਰੇ ਹੈ। ਸੋ ਮਹਾਰਾਜ ਧੰਨ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਨੇ ਅਨੇਕਾਂ ਹੀ ਸਿੱਖ ਨਿਹਾਲ ਕੀਤੇ ਜੀ, ਅਨੇਕਾਂ ਹੀ ਸਿੱਖ ਜੀ। ਇਹ ਤੇ ਕੁਝ ਨਾਮ ਆਏ ਨਾ ਗਿਣਤੀ ਦੇ, ਪਤਾ ਨਹੀਂ ਕਿੰਨੇ ਕੁ ਸਿੱਖਾਂ ਨੂੰ ਨਿਹਾਲ ਕੀਤਾ, ਜਿਨ੍ਹਾਂ ਦੇ ਨਾਮ ਨਹੀਂ ਹੈਗੇ ਸਾਡੇ ਕੋਲ ਜੀ। ਹਾਂਜੀ, ਜਥਾ ਰਾਮ ਕਪ ਸ਼ਕਤ ਧਰੇ ਹੈ। ਰੱਜ ਕੇ ਆਖੋ ਵਾਹਿਗੁਰੂ। ਕਹਿੰਦੇ ਜਿਵੇਂ ਰਾਮ ਦੇ ਸੇਵਕਾਂ ਨੇ ਸ਼ਕਤੀ ਧਾਰਨ ਕਰ ਲਈ ਹੋਵੇ ਪਰਮੇਸ਼ਰ ਦੇ, ਬਸ ਸਾਰਿਆਂ ਨੇ ਸ਼ਕਤੀ ਧਾਰਨ ਕਰ ਲਈ ਜੀ, ਜਿੰਨੇ ਜਿੰਨੇ ਸੇਵਾ ਕੀਤੀ ਜੀ। ਹਾਂਜੀ, ਦੋਹਰਾ ਇਮ ਸ਼੍ਰੀ ਅੰਮ੍ਰਿਤਸਰ ਕਥਾ ਭਾਖੀ ਸਕਲ ਬਨਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਇਸ ਤਰੀਕੇ ਨਾਲ ਮੈਂ ਤੁਹਾਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਨਹੀਂ, ਅੰਮ੍ਰਿਤ ਸਰੋਵਰ ਦੀ ਕਥਾ ਸਾਰੀ ਬਣਾ ਕੇ ਦੱਸੀ ਹੈ। ਹਾਂਜੀ, ਭਏ ਕਿਰਤਾਰਥ ਸਿੱਖ ਜਿਮ ਸੋ ਸਭ ਦਏ ਸੁਨਾਏ। ਕਿਵੇਂ ਸਿੱਖ ਨਿਹਾਲ ਹੋਏ, ਜਿੰਨੇ ਕੁ ਮੈਨੂੰ ਪਤਾ ਹੈ, ਕਹਿੰਦੇ ਉਹ ਮੈਂ ਤੁਹਾਨੂੰ ਸਾਰੇ ਦੱਸ ਦਿੱਤੇ ਨੇ ਜੀ। ਭਾਈ ਗੰਗਾ ਰਾਮ ਜੀ, ਭਾਈ ਛੱਜਲ ਜੀ, ਭਾਈ ਕੰਧੂ ਜੀ, ਜੇਠਾ ਜੀ, ਪਿਰਾਣਾ ਜੀ, ਲੰਗਾ ਜੀ, ਪੈੜਾ ਜੀ, ਬਿੱਧੀ ਚੰਦ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਹਿਲੋ ਜੀ, ਭਾਈ ਬਹੌੜਾ ਜੀ, ਕਿੰਨੇ ਸਿੱਖ ਨਿਹਾਲ ਹੋਏ ਜੀ। ਹਾਂਜੀ, ਭਾਈ ਢਿੱਲੋਂ ਲਾਲ ਜੀ, ਤੁਸੀਂ ਪਰਸੋਂ ਨਾਂ ਸੁਣਿਆ ਸੀਗਾ ਜੀ। ਹਾਂਜੀ, ਚੌਪਈ ਭਾਈ ਸਾਲੋ ਆਦਮ ਸੰਦ। ਇਹਨਾਂ ਦਾ ਨਾਮ ਰਹਿ ਗਿਆ ਸੀ, ਗੱਜ ਕੇ ਆਖੋ ਵਾਹਿਗੁਰੂ। ਭਾਈ ਸੈਲੋ ਜੀ, ਜਿਨ੍ਹਾਂ ਦੇ ਵਿੱਚ ਇੰਨੀ ਤਾਕਤ ਆ ਗਈ ਸੀ, ਬਚਨ ਹੀ ਕੀਤਾ ਤੇ ਸਾਧ ਸੰਗਤ ਜੀ ਲੜਕੇ ਦਾ ਸਰੀਰ ਪਲਟ ਕੇ ਲੜਕੀ ਦਾ ਬਣ ਗਿਆ ਸੀਗਾ। ਸਾਖੀ ਤੁਹਾਨੂੰ ਪਤਾ। ਭਾਈ ਸਾਲੋ ਜੀ ਦੀ ਕੀ ਸੇਵਾ? ਭਾਈ ਸਾਲੋ ਜੀ ਨੇਮ ਨਾਲ ਝਾੜੂ ਫੇਰਦੇ ਆ ਹਰਮੰਦਰ ਸਾਹਿਬ। ਹਾਂਜੀ, ਗੁਰ ਘਰ ਕੀ ਕਰਕਾਰ ਬਿਲੰਦ। ਕਹਿੰਦੇ ਭਾਈ ਸਾਲੋ ਜੀ ਵੀ ਮਸੰਦ ਨੇ। ਭਾਈ ਸਾਲੋ ਜੀ ਗੁਰੂ ਘਰ ਦੀ ਇਹਨਾਂ ਵੀ ਬੜੀ ਸੇਵਾ ਕੀਤੀ ਜੀ। ਹਾਂਜੀ, ਲੈਬੋ ਦੈਬੋ ਆਵਨ ਜਾਣਾ। ਭਾਈ ਸਾਲੋ ਜੀ ਨੂੰ ਮਹਾਰਾਜ ਨੇ ਖਜ਼ਾਨਚੀ ਬਣਾਇਆ ਸੀ। ਅੱਜ ਕੇ ਆਖੋ ਵਾਹਿਗੁਰੂ। ਜਿੰਨੀ ਮਾਇਆ ਆਉਂਦੀ ਹੈ, ਜਿੰਨੀ ਲੱਗ ਰਹੀ ਹੈ, ਜਿੰਨੀ ਬਚ ਰਹੀ ਹੈ, ਜਿੰਨੀ ਕਿਸੇ ਨੂੰ ਦੇਣੀ ਹੈ, ਉਹ ਸਾਰਾ ਕਾਰ ਵਿਹਾਰ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਸਾਲੋ ਜੀ ਨੂੰ ਦਿੱਤਾ ਹੈ। ਪਿਆਰ ਨਾਲ ਕਹੋ ਧੰਨ ਧੰਨ ਭਾਈ ਸਾਲੋ ਜੀ। ਧੰਨ ਧੰਨ ਭਾਈ ਸਾਲੋ ਜੀ। ਦਰਬ ਸੰਭਾਰ ਖਰਚ ਕਰ ਨਾਨਾ। ਸਾਰਾ ਦਰਬ ਮਾਇਆ ਧਨ ਭਾਈ ਸਾਲੋ ਜੀ ਸੰਭਾਲ ਕੇ ਖਰਚਦੇ ਆ, ਬੜੇ ਤਰੀਕੇ ਨਾਲ ਖਰਚਦੇ ਆ। ਹਾਂਜੀ, ਉਮਰਾ ਸ਼ਾਹ ਅਪਰ ਕਲਿਆਣ। ਨਾਲ ਇਹਨਾਂ ਦੇ ਸਹਾਇਕ ਦਿੱਤੇ ਮਹਾਰਾਜ ਨੇ, ਭਾਈ ਉਮਰਾ ਸ਼ਾਹ ਜੀ, ਭਾਈ ਕਲਿਆਣਾ ਜੀ। ਹਾਂਜੀ, ਜੇਠਾ ਗੁਰਮੁਖ ਸਿੱਖ ਪਿਰਾਣਾ। ਭਾਈ ਜੇਠਾ ਜੀ, ਭਾਈ ਗੁਰਮੁਖ ਜੀ, ਭਾਈ ਪਿਰਾਣਾ ਜੀ। ਹਾਂਜੀ, ਕੇਤਿਕ ਰਹੈ ਸੰਗ ਗੁਰ ਸਦਾ। ਕੋ
ਫਲ ਸੋ ਅਪਰ ਦਰਸਹਿ ਕਦਾ। ਕਈ ਪ੍ਰੇਮੀ ਤੇ ਆ ਕੇ ਚਲੇ ਜਾਂਦੇ ਨਾ, ਤੇ ਜਿਨ੍ਹਾਂ ਦੇ ਤੁਸੀਂ ਨਾਮ ਸੁਣੇ ਨਾ ਜੀ, ਇਹ ਫਿਰ ਮਹਾਰਾਜ ਦੇ ਚਰਨਾਂ 'ਚ ਹੀ ਰਹਿੰਦੇ ਸਨ ਜੀ। ਆਖੋ ਧੰਨ ਭਾਈ ਜੇਠਾ ਜੀ, ਧੰਨ ਭਾਈ ਜੇਠਾ ਜੀ, ਧੰਨ ਭਾਈ ਪਿਰਾਣਾ ਜੀ, ਧੰਨ ਭਾਈ ਪਿਰਾਣਾ ਜੀ, ਧੰਨ ਭਾਈ ਪੈੜਾ ਜੀ, ਧੰਨ ਭਾਈ ਪੈੜਾ ਜੀ, ਤੇ ਧੰਨ ਭਾਈ ਉਮਰਾ ਸ਼ਾਹ ਜੀ, ਧੰਨ ਭਾਈ ਉਮਰਾ ਸ਼ਾਹ ਜੀ। ਇਹ ਸਿੱਖਾਂ ਨੇ ਪੱਕਾ ਹੀ ਲੱਕ ਬੰਨਿਆ ਵੀ ਗੁਰੂ ਅਰਜਨ ਸਾਹਿਬ ਅਸੀਂ ਕੋਲ ਹੀ ਰਵਾਂਗੇ ਜੀ। ਭਾਈ ਸ਼ਾਲੋ ਜੀ ਵੀ ਕਿਉਂ? ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਜੀ। ਸੰਗਤਾਂ ਜ਼ਿਆਦਾ ਹੋ ਗਈਆਂ ਜੀ, ਤੇ ਪ੍ਰਬੰਧ ਕਰਨੇ ਹੁੰਦੇ ਸੀਗੇ ਜੀ। ਇਸ ਕਰਕੇ ਫਿਰ ਇਹਨਾਂ ਨੇ ਫੁਰਨਾ ਬਣਾਇਆ, ਹੁਣ ਅਸੀਂ ਘਰ ਨਹੀਂ ਜਾਇਆ ਕਰਨਾ, ਹੁਣ ਮਹਾਰਾਜ ਦੇ ਚਰਨਾਂ 'ਚ ਹੀ ਰਹਿਣਾ ਪੱਕਾ ਜੀ। ਪੱਕਾ ਹੀ ਮਹਾਰਾਜ ਦੇ ਚਰਨਾਂ 'ਚ ਰਹਿਣਾ ਜੀ। ਸੋ ਇਹ ਪੱਕੇ ਹੀ ਫਿਰ ਮਹਾਰਾਜ ਦੇ ਚਰਨਾਂ 'ਚ ਰਹਿੰਦੇ ਜੀ। ਹਾਂਜੀ, ਜਹਾਂ ਕਹਾਂ ਸਿੱਖੀ ਵਿਸਤਾਰੈ। ਜਿੱਥੇ ਕਿੱਥੇ ਨਹੀਂ ਹੈ, ਜਿਹੜੇ ਚਲੇ ਜਾਂਦੇ ਨਾ ਮਹਾਰਾਜ ਦੇ ਕੋਲੋਂ, ਉਹ ਦੂਰ ਦੂਰ ਜਾ ਕੇ ਪ੍ਰਚਾਰ ਕਰਦੇ ਆ ਜੀ, ਦੂਜਿਆਂ ਨੂੰ ਵੀ ਸਿੱਖ ਬਣਾਉਂਦੇ ਆ। ਇਹ ਕੰਮ ਸਾਡੇ 'ਚ ਬੜਾ ਘਟ ਗਿਆ ਜੀ। ਪਤਾ ਕਿਉਂ ਜੀ? ਮੈਨੂੰ ਮਾਫ ਕਰਿਓ, ਜਿਹੜੇ ਕੱਚੇ ਪਿੱਲੇ ਡੇਰੇ ਆ, ਕੱਚੇ ਪਿੱਲੇ, ਉਹਨਾਂ ਦੇ ਬੰਦੇ, ਉਹਨਾਂ ਨੂੰ ਟ੍ਰੇਨਡ ਇੰਨਾ ਕੀਤਾ ਗਿਆ ਹੈ, ਉਹ ਦੂਜਿਆਂ ਨੂੰ ਜਾ ਕੇ ਪ੍ਰੇਰ ਕੇ ਉੱਥੇ ਲੈ ਕੇ ਜਾਂਦੇ ਆ ਜੀ। ਟ੍ਰੇਨਡ ਇੰਨਾ ਕੀਤਾ ਗਿਆ ਜੀ। ਹਾਂਜੀ, ਸਾਡੇ ਬੰਦੇ ਕੀ ਕਰਦੇ? ਕੋਈ ਕਿਸੇ ਨੂੰ ਨਹੀਂ ਪ੍ਰੇਰਦਾ। ਕੱਢ ਕੇ ਆਖੋ ਵਾਹਿਗੁਰੂ। ਚਲੋ ਨਾਲ ਲੈ ਕੇ ਆਉਣਾ ਵੱਖਰੀ ਗੱਲ ਹੈ, ਪਰ ਇਹਨਾਂ ਤੇ ਬੰਦਾ ਕਹਿ ਸਕਦਾ ਹੈ ਨਾ, ਭਾਈ ਗੁਰੂ ਘਰ ਨਾਲ ਜੁੜੋ, ਗੁਰੂ ਕੇ ਸਿੱਖ ਬਣੋ। ਇਹਨਾਂ ਵੀ ਨਹੀਂ ਕੋਈ ਕਹਿੰਦਾ ਜੀ। ਪੁਰਾਤਨ ਸਮੇਂ ਫਿਰ ਜਿਹੜੇ ਸਿੱਖ ਸਨ ਨਾ, ਜਿੱਥੇ ਜਿੱਥੇ ਜਾਂਦੇ ਸਨ, ਉੱਥੋਂ ਉੱਥੋਂ ਪ੍ਰੇਮੀਆਂ ਨੂੰ ਮਹਾਰਾਜ ਦੇ ਚਰਨਾਂ 'ਚ ਭੇਜਦੇ ਸਨ ਜੀ। ਹਾਂਜੀ, ਸਤਿਨਾਮ ਜਪ ਭਰਮ ਨਿਰਵਾਰੈ। ਤੇ ਮਹਾਰਾਜ ਵੀ ਫਿਰ ਅੱਗੋਂ ਨਾਮ ਜਪਾਉਂਦੇ, ਤੇ ਨਾਮ ਜਪਾ ਕੇ ਭਰਮ ਦੂਰ ਕਰ ਦਿੰਦੇ ਜੀ। ਹਾਂਜੀ, ਬੈਠੇ ਹੈ ਸ਼੍ਰੀ ਅਰਜਨ ਹਰਮੰਦਰ। ਹਜੂਰ ਗਰੀਬ ਨਵਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੈਠਦੇ ਆ। ਗੱਜ ਕੇ ਆਖੋ ਵਾਹਿਗੁਰੂ। ਅੰਦਰ ਬਾਹਰ ਬੈਠਦੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪ੍ਰਕਾਸ਼ ਹੈ, ਉਸ ਸਮੇਂ ਪ੍ਰਕਾਸ਼ ਨਹੀਂ ਸੀ ਅਜੇ ਹੋਇਆ ਜੀ। ਹਾਂਜੀ, ਕਥੈ ਸੁਧਾਸਰ ਮਹਿਮਾ ਸੁੰਦਰ। ਤੇ ਮਹਾਰਾਜ ਉੱਥੇ ਬੈਠ ਕੇ ਨਾ ਜੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਕਰਦੇ ਆ ਜੀ। ਸੰਗਤਾਂ ਨੂੰ ਸੁਣਾਉਂਦੇ ਆ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹਾਂਜੀ, ਸੋਰਠ ਰਾਗ ਮਝਾਰ ਬਣਾਵੇ। ਸੋਰਠ ਰਾਗ ਦੇ ਵਿੱਚ ਸ਼ਬਦ ਮਹਾਰਾਜ ਉਚਾਰ ਕੇ ਸਿੱਖਾਂ ਨੂੰ ਸੁਣਾਇਆ ਜੀ। ਸ਼ਬਦ ਕਿਹੜਾ ਜੀ? ਸੋਰਠ ਮਹੱਲਾ ਪੰਜਵਾਂ। ਵਿੱਚ ਕਰਤਾ ਪੁਰਖ ਖਲੋਆ, ਵਾਲ ਨ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਰਹਾਉ ਸੰਤ ਸਰੋਵਰ ਨਹਾਵੈ, ਸੋ ਜਨ ਪਰਮ ਗਤ ਪਾਵੈ। ਇਹ ਸ਼ਬਦ ਮਹਾਰਾਜ ਸੰਗਤਾਂ ਨੂੰ ਸੁਣਾਉਂਦੇ ਹੈ। ਸੋਰਠ ਰਾਗ ਦਾ ਹੋਰ ਸ਼ਬਦ ਹੈ ਜੀ ਇੱਕ, ਅੰਮ੍ਰਿਤ ਸਰੋਵਰ ਬਾਰੇ ਜੀ। ਹਾਂਜੀ, ਉਹ ਕੀ ਹੈ? ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਇੱਕ ਜਗ੍ਹਾ ਮਹਾਰਾਜ ਲਿਖਦੇ ਆ, ਰਾਮਦਾਸ ਸਰੋਵਰ ਨਹਾਤੇ, ਸਭ ਲਾਥੇ ਪਾਪ ਕਮਾਤੇ। ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਰੋਵਰ ਦੀ ਮਹਿਮਾ ਵਾਲੇ ਬਚਨ ਸੁਣਾਉਂਦੇ ਨੇ ਜੀ। ਕੱਢ ਕੇ ਆਖੋ ਵਾਹਿਗੁਰੂ। ਕੀ ਪੜ੍ਹਦੇ ਆਪਾਂ ਵੀ ਪੜ੍ਹ ਲਈਏ ਜੀ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ
ਨਹਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਕਈ ਗੁਰਮੁਖ ਇਹਦਾ ਅਰਥ ਕਰਦੇ ਰਾਮ ਦੇ ਦਾਸਾਂ ਦਾ ਸਰੋਵਰ ਜੀ। ਚਲੋ ਉਹ ਵੀ ਆਪਣੀ ਬੁੱਧੀ ਅਨੁਸਾਰ ਠੀਕ ਨੇ। ਸਾਨੂੰ ਤੇ ਸਿੱਧੀ ਜੀ ਗੱਲ ਸਮਝ ਆਉਂਦੀ ਹੈ ਰਾਮਦਾਸ ਸਰੋਵਰ ਕਿਹੜਾ? ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਜੀ। ਸਾਨੂੰ ਤੇ ਇੰਨੀ ਕੁ ਗੱਲ ਸਿੱਧੀ ਜੀ ਸਮਝ ਆਉਂਦੀ ਹੈ ਜੀ। ਸੰਗਤ ਵੀ ਸਰੋਵਰ ਹੀ ਹੈ, ਪਰ ਜਿਹੜਾ ਬਿਲਕੁਲ ਹੀ ਪ੍ਰਤੱਖ ਨਜ਼ਰ ਆ ਰਿਹਾ ਜੀ। ਹਾਂਜੀ, ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਸੋਰਠ ਰਾਗ ਮਝਾਰ ਬਣਾਵੈ ਮਹਾ ਮਹਾਤਮ ਕੋ ਬਿਦਤਾਵੈ। ਮਹਾਰਾਜ ਸੋਰਠ ਰਾਗ ਦੇ ਵਿੱਚ ਸ਼ਬਦ ਉਚਾਰ ਕੇ ਦੱਸਦੇ ਸਿੱਖਾਂ ਨੂੰ ਜੀ। ਹਾਂਜੀ, ਸੂਹੀ ਰਾਗ ਛੰਦ ਕੇ ਮਾਹੀ। ਫਿਰ ਰਾਗ ਸੂਹੀ ਦੇ ਵਿੱਚ ਜਿੱਥੇ ਸ਼ੰਤ ਉਚਾਰਨ ਕੀਤੇ ਹੈ ਗੁਰੂ ਅਰਜਨ ਸਾਹਿਬ ਜੀ ਨੇ, ਉੱਥੇ ਵੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਬਾਰੇ ਦੱਸਿਆ ਜੀ। ਸੂਹੀ ਮਹੱਲਾ ਪੰਜਵਾਂ ਸ਼ੰਤ। ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ਸੂਹੀ ਰਾਗ ਦੇ ਵਿੱਚ ਮਹਾਰਾਜ ਨੇ ਉਚਾਰਿਆ ਜੀ। ਹਾਂਜੀ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇਹ ਵੀ ਸੂਹੀ ਰਾਗ ਵਿੱਚ ਉਚਾਰਿਆ ਮਹਾਰਾਜ ਨੇ ਜੀ। ਹਾਂਜੀ, ਤੀਰਥ ਮਹਿਮਾ ਕੋ ਸ਼ੁਭ ਪ੍ਰਾਹੀ। ਉਹਨਾਂ ਸ਼ਬਦਾਂ ਦੇ ਵਿੱਚ ਹਰਿਮੰਦਰ ਸਾਹਿਬ ਜੀ ਦੀ ਤੀਰਥ ਦੀ ਮਹਿਮਾ ਮਹਾਰਾਜ ਨੇ ਕੀਤੀ ਜੀ। ਹਾਂਜੀ, ਹਰਿਮੰਦਰ ਕੋ ਕਹੈ ਮਹਾਤਮ। ਹਰਿਮੰਦਰ ਸਾਹਿਬ ਦਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ। ਉਂਝ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਵੀ ਬਚਨ ਹੈ, ਹਰਿਮੰਦਰ ਇਹੋ ਸਰੀਰ ਹੈ। ਪਰ ਬਾਹਰੀ ਹਰਿਮੰਦਰ ਸਾਹਿਬ ਦਾ ਮਹਾਤਮ ਵੀ ਮਹਾਰਾਜ ਨੇ ਕਿਹਾ ਜੀ। ਹਾਂਜੀ, ਦਰਸ਼ਨ ਪਰਸਨ ਨਿਰਮਲ ਆਤਮ। ਜਿਹਦਾ ਦਰਸ਼ਨ ਪਰਸਨ ਕੀਤਿਆਂ ਹੀ ਆਤਮਾ ਨਿਰਮਲ ਹੁੰਦੀ ਹੈ ਜੀ। ਚਲੋ ਆਮ ਬੰਦਾ, ਮਨਮੁਖ ਬੰਦਾ ਲੈ ਲਈਏ ਜੀ, ਜਿਹਨੂੰ ਕੁਝ ਨਹੀਂ ਆਉਂਦਾ ਜੀ, ਕੋਈ ਬਾਣੀ ਦਾ ਗਿਆਨ ਨਹੀਂ ਹੈ, ਉਹ ਵੀ ਪੌੜੀਆਂ ਉਤਰ ਕੇ ਜਦੋਂ ਪਰਿਕਰਮਾ 'ਚ ਆਪਣਾ ਪੈਰ ਰੱਖਦਾ ਹੈ, ਉਹਦੇ ਮਨ ਨੂੰ ਵੀ ਸ਼ਾਂਤੀ ਆ ਜਾਂਦੀ ਹੈ ਜੀ। ਮਹਾਰਾਜ ਦਾ ਦਰ ਐਸਾ ਹੈਗਾ ਜੀ। ਇੱਕ ਵਾਰੀ ਬੰਦਾ ਦੁਨੀਆ ਭੁੱਲ ਜਾਂਦਾ ਹੈ ਜੀ। ਹਾਂਜੀ, ਅੰਮ੍ਰਿਤ ਸਰਜਨ ਮੱਜਨ ਕੀਨਾ। ਫਿਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਿੰਨੇ ਜਿੰਨੇ ਅੰਮ੍ਰਿਤ ਸਰੋਵਰ ਵਿੱਚ ਮੱਜਨ ਕੀਤਾ, ਮੱਜਨ ਤੋਂ ਭਾਵ ਇਸ਼ਨਾਨ ਜੀ। ਕੋਟ ਜਨਮ ਕੋ ਅਗ ਕਰ ਸ਼ੀਨਾ। ਕਰੋੜਾਂ ਜਨਮਾਂ ਦੇ ਪਾਪ ਉਹਦੇ ਦੂਰ ਹੋਏ ਜੀ। ਹਾਂਜੀ, ਪਾਪ ਵੀ ਦੂਰ ਹੋਏ, ਦੁੱਖ ਰੋਗ ਵੀ ਦੂਰ ਹੁੰਦੇ ਜੀ। ਬੜੀ ਵਾਰੀ ਤੁਹਾਨੂੰ ਬੇਨਤੀ ਕੀਤੀ, ਭਾਈ ਸੁਖਚੈਨ ਸਿੰਘ ਗੋਪਾਲਾ ਦੱਸ ਕੇ ਗਏ ਸੀਗੇ ਕਿਵੇਂ ਪੈਰਾਲਾਈਜ਼ ਹੋਇਆ ਸੀ, ਅੰਦਰ ਸਰੋਵਰ ਦੇ ਪਾਇਆ 10 ਸਕਿੰਟ ਲਈ ਡੁਬਕੀ ਮਾਰੀ ਜੀ। 10 ਸਕਿੰਟਾਂ ਵਿੱਚ ਅੰਤਰਾਤਮੇ ਪੰਕਤੀ ਪੜੀ, ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸਰਣ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਤਾਂ ਆਏ, ਸਭ ਪੈਰਾਲਾਈਜ਼ ਖਤਮ ਹੋ ਗਿਆ ਜੀ। ਭਾਈ ਸਾਹਿਬ ਜੀ ਬੈਠੇ ਆ, ਪ੍ਰਧਾਨ ਜੀ ਹੋਣੀ, ਇਹਨਾਂ ਦੇ ਸਾਹਮਣੇ ਇੱਕ ਬੰਦਾ ਜੀ ਕਾਤਲ ਸੀਗਾ ਜੀ ਉਹ ਵੈਸੇ, ਤੇ ਉਹਨੂੰ ਕੀ ਨਾਮ ਜੇਲ੍ਹ 'ਚ ਪਾਇਆ ਸੀਗਾ। ਜੇਲ੍ਹ 'ਚ ਰੋਗ ਲੱਗ ਗਿਆ, ਉਹਦਾ ਇਲਾਜ ਕਰਾ ਰਹੇ ਸਨ। ਉਹਨੇ ਕਿਹਾ ਵੀ ਇੱਦਾਂ ਨਹੀਂ ਠੀਕ ਹੋਣਾ, ਮੈਨੂੰ ਦਰਬਾਰ ਸਾਹਿਬ ਲੈ ਜਾਓ। ਉਹ ਦਰਬਾਰ ਸਾਹਿਬ ਲੈ ਕੇ ਆਏ ਜੀ ਉਹਨੂੰ। ਇਹ ਵੀ ਇਸ਼ਨਾਨ ਕਰ ਰਹੇ ਸਨ। ਮੈਂ ਇਹ ਘਟਨਾ ਪੜ੍ਹੀ ਸੀ ਸੰਗਤ 'ਚ, ਜਦੋਂ ਸੁਣਾਈ ਹੈ ਕਹਿਣ ਲੱਗੇ ਮੇਰੇ ਸਾਹਮਣੇ ਹੀ ਵਰਤੀ ਜੀ। ਜਦੋਂ ਉਹਨੂੰ ਬੰਦੇ ਨੂੰ ਲੈ ਕੇ ਆਏ ਨਾ ਜੀ, ਤੇ ਪੌੜੀਆਂ ਨਾਲ ਘਸੀੜਦਾ ਉਹ ਸਰੋਵਰ ਦੇ ਅੰਦਰ ਗਿਆ। ਤੁਰਿਆ ਨਹੀਂ ਸੀ ਜਾਂਦਾ ਜੀ ਉਹਦੇ ਕੋਲੋਂ, ਬੁਰਾ ਹਾਲ, ਰੋਗ ਇਹੋ ਜਿਹਾ ਸੀ, ਬਸ ਚੁੱਭਾ ਮਾਰਨ ਦੀ ਦੇਰ ਹੈ, ਬਿਲਕੁਲ ਹੀ ਨਵਾਂ ਨਰਵਾ ਹੋ ਗਿਆ ਜੀ। ਬਿਲਕੁਲ ਹੀ ਨਵਾਂ ਨਰਵਾ। ਇਹਨਾਂ ਨੇ ਵੇਖੀ, ਆਪਣੇ ਅੱਖਾਂ ਦੇ ਸਾਹਮਣੇ ਵੇਖੀ ਗੱਲ ਜੀ, ਕੋਈ ਸੁਣੀ ਸੁਣਾਈ ਨਹੀਂ, ਇਹਨਾਂ ਦੇ ਸਾਹਮਣੇ ਵਰਤੀ ਗੱਲ ਹੈ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਇਹ ਸਰੋਵਰ ਬੜਾ ਮਹਾਨ ਹੈ। ਹਾਂਜੀ,
ਸ਼੍ਰੀ ਹਰਿਮੰਦਰ ਬੰਧਨ ਕਰਕੇ ਬੈਠੈ ਸਾਦਰ ਸ਼ਰਧਾ ਧਰ ਕੇ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਹੜਾ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕ ਕੇ ਬੜੀ ਸ਼ਰਧਾ ਦੇ ਨਾਲ ਬੈਠੇਗਾ ਨਾ ਇੱਥੇ, ਹਾਂਜੀ, ਸਤਿਗੁਰ ਸ਼ਬਦ ਸ਼ਰਵਣ ਕੋ ਕਰੈ, ਤੇ ਸ਼ਰਧਾ ਨਾਲ ਬੈਠ ਕੇ ਗੁਰੂ ਦੀ ਬਾਣੀ ਦੇ ਸ਼ਬਦ ਨੂੰ ਸੁਣੇਗਾ, ਹਾਂਜੀ, ਸਰਬ ਔਰ ਤੇ ਮਨ ਕੋ ਥਿਰੈ, ਤੇ ਮਨ ਨੂੰ ਸਥਿਰ ਕਰੇਗਾ, ਹਾਂਜੀ, ਅਥਵਾ ਕਰਹਿ ਸੁਨਹਿ ਕੋਈ, ਜਾਂ ਫਿਰ ਸੁਣਾਵੇ ਕਿਸੇ ਨੂੰ, ਅਥਵਾ ਕਰਹਿ ਸੁਨਾਵਨ ਕੋਈ, ਜਾਂ ਕੀਰਤਨ ਕਰੇ ਤੇ ਜਾਂ ਸੁਣੇ, ਹਾਂਜੀ, ਫਲ ਅਤੋਟ ਕੋ ਪਾਵੈ ਸੋਈ, ਉਹਨੂੰ ਇੰਨਾ ਕੁ ਫਲ ਮਿਲੇਗਾ ਜਿਹਦੇ ਵਿੱਚ ਤੋਟਾ ਨਹੀਂ ਆਏਗਾ, ਕਹਿਣ ਲੱਗੇ ਫਲ ਮੁੱਕੇਗਾ ਨਹੀਂ ਜੀ। ਇਹ ਕਹਿਣਾ ਵੀ ਇਸ ਆ ਕੰਮ ਧਰਮ ਦਾ ਕੀਤਾ, ਫਲ ਪ੍ਰਾਪਤ ਹੋਇਆ, ਮੁੱਕ ਗਿਆ ਫਲ ਜੀ। ਉਹ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬੈਠ ਕੇ ਕੀਰਤਨ ਸੁਣਨ ਵਾਲੇ ਦੇ ਇੰਨੇ ਪੁੰਨ ਬਣ ਜਾਣਗੇ, ਮੁੜ ਉਸ ਪੁੰਨ ਦੀ ਤੋਟ ਨਹੀਂ ਆਏਗੀ ਕਦੀ ਜੀ। ਫਿਰ ਉਸ ਪੁੰਨ ਕੀ ਤੋਟ ਨਾ ਆਵੇ, ਹਾਂਜੀ। ਜੇ ਨਰ ਬਸਹਿ ਦੂਰ ਕਿਸ ਥਾਨੇ, ਆਵੇਂ ਦੀਪਮਾਲ ਹਿਤ ਠਾਨੇ। ਹੁਣ ਇਹ ਤੇ ਆ ਨਾ ਸਾਡੇ ਵਾਸਤੇ, ਆਪਾਂ ਤੇ ਚਲੋ ਹਫਤੇ 'ਚ ਵੀ ਕਰਕੇ ਆ ਸਕਦੇ ਹਾਂ, ਜਿਹੜਾ ਮਿਹਨਤੀ ਹੋਵੇ ਉਹ ਰੋਜ਼ ਵੀ ਜਾ ਸਕਦਾ ਹੈ। ਜਿਹੜੇ ਬਾਹਰ ਰਹਿੰਦੇ ਆ ਤੇ ਕਥਾ ਸੁਣਦੇ, ਉਹ ਸੁਣੋ ਧਿਆਨ ਨਾਲ, ਗੱਜ ਕੇ ਆਖੋ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਜਿਹੜੇ ਦੂਰ ਰਹਿੰਦੇ ਆ ਨਾ, ਦੂਰ ਹੋਰ ਥਾਵਾਂ ਤੇ ਰਹਿੰਦੇ ਆ, ਉਹ ਭਾਈ ਦੀਵਾਲੀ ਵਾਲੇ ਦਿਨ ਜ਼ਰੂਰ ਆਇਆ ਕਰੋ, ਕਹਿਣ ਲੱਗੇ, ਹਾਂਜੀ। ਬਾਹਰ ਮੇਖ ਕੀ ਜਬ ਸੰਕਰਾਂਤ, ਤੇ ਦੂਜਾ ਜਦੋਂ ਪਹਿਲੀ ਵਿਸਾਖ ਹੁੰਦੀ ਹੈ, ਵਿਸਾਖੀ ਵਾਲਾ ਦਿਨ ਹੁੰਦਾ ਹੈ, 2 ਦਿਨ ਨਹੀਂ ਤੁਸੀਂ ਮਹਾਰਾਜ ਕਹਿੰਦੇ ਛੱਡਣੇ, ਦੀਵਾਲੀ ਵਾਲਾ ਤੇ ਵਿਸਾਖੀ ਵਾਲਾ ਜੀ। ਹੁਣ ਸਾਡੇ ਬੰਦੇ ਕਹਿਣ ਲੱਗ ਪਏ ਆ ਦੀਵਾਲੀ ਨਾਲ ਸਾਡਾ ਕੀ ਸੰਬੰਧ ਹੈਗਾ, ਹਾਂਜੀ, ਕਹਿੰਦੇ ਉਹ ਤੇ ਹਿੰਦੂਆਂ ਦਾ ਤਿਉਹਾਰ ਹੈ, ਮੰਨਦੇ ਆ, ਉਹ ਸ਼੍ਰੀ ਰਾਮ ਚੰਦਰ ਜੀ ਉਸ ਦਿਨ ਆਏ, ਤਿਉਹਾਰ ਚੱਲਿਆ, ਪਰ ਦੀਵਾਲੀ ਇੱਕ ਪਛਾਣ ਸੀਗੀ ਜਿਹੜੀ ਸਾਰੇ ਭਾਰਤ 'ਚ ਮਨਾਈ ਜਾਂਦੀ ਸੀ। ਮਹਾਰਾਜ ਨੇ ਸਿੱਖਾਂ ਦੀ ਦੀਵਾਲੀ ਹਰਿਮੰਦਰ ਸਾਹਿਬ ਨਾਲ ਜੋੜ ਦਿੱਤੀ ਜੀ, ਦੀਵਾਲੀ ਇੱਥੇ ਮਨਾਉਣੀ ਤੁਸੀਂ, ਦੀਵਾਲੀ ਵਾਲੇ ਦਿਨ ਤੇ ਵਿਸਾਖੀ ਵਾਲੇ ਦਿਨ, ਹਾਂਜੀ। ਅਬ ਇਤ ਆਏ ਇਸ਼ਨਾਨਹਿ ਗਾਤ, ਤੇ ਉਸ ਸਮੇਂ ਆ ਕੇ ਇੱਥੇ ਜ਼ਰੂਰ ਇਸ਼ਨਾਨ ਕਰੋ। ਕਵੀ ਜੀ ਲਿਖਦੇ, ਹੁਣ ਵੀ ਦੀਵਾਲੀ ਤੇ ਵਿਸਾਖੀ ਨੂੰ ਸਿੱਖ ਉਚੇਚਾ ਆਉਂਦੇ ਇਸ਼ਨਾਨ ਕਰਨ ਵਾਸਤੇ ਜੀ, ਹਾਂਜੀ। ਜਥਾ ਬਰਖ ਦਿਨ ਮੱਜਤ ਰਹੈ, ਦੋਇਨ ਪਰਬ ਫਲ ਤੈਸੋ ਲਹੈ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਕਹਿਣ ਲੱਗੇ ਸਾਰੇ ਸਾਲ ਦਾ ਹੀ ਲਾਭ ਹੋ ਜਾਏਗਾ ਤੁਹਾਨੂੰ। 2 ਦਿਨ ਇਸ਼ਨਾਨ ਕੀਤੇ, ਕਈ ਦਿਨ ਹੀ ਬੜੀ ਮਿਹਰ ਵਾਲੇ ਹੁੰਦੇ ਆ ਸਾਧ ਸੰਗਤ ਜੀ, ਹਾਂਜੀ। ਦੋਨੋਂ ਪਰਬ ਬਿਖੈ ਇਸ ਥਾਨੇ, 68 ਤੀਰਥ ਆਏ ਇਸ਼ਨਾਨੇ। ਸੋ ਦੋਨਾਂ ਪੁਰਬਾਂ ਤੇ 68 ਤੀਰਥ ਹਰਿਮੰਦਰ ਸਾਹਿਬ ਆ ਕੇ ਹਾਜ਼ਰੀ ਲਵਾਉਂਦੇ ਨੇ ਜੀ। ਗੱਜ ਕੇ ਆਖੋ, ਇੰਜ ਨਹੀਂ, ਗੱਜ ਕੇ ਵਾਹਿਗੁਰੂ। ਵਿਸਾਖੀ ਵਾਲੇ ਦਿਨ ਤੇ ਦੀਵਾਲੀ ਵਾਲੇ ਦਿਨ 68 ਤੀਰਥ ਹਿੰਦੁਸਤਾਨ ਦੀ ਧਰਤੀ ਤੇ ਨੇ, ਉਹ 68 ਤੀਰਥ ਗੁਪਤ ਰੂਪ ਵਿੱਚ ਆ ਕੇ ਇੱਥੇ ਮੱਥਾ ਟੇਕਦੇ ਆ ਜੀ। ਪਿਆਰਿਓ, ਇਹ ਉਹ ਮਹਾਨ ਸਥਾਨ ਤੀਰਥ ਹੈ ਜਿੱਥੇ ਤੀਰਥ ਵੀ ਆ ਕੇ ਮੱਥਾ ਟੇਕਦੇ ਆ ਜੀ, ਹਾਂਜੀ। ਕਲ ਕੇ ਨਰ ਕਲ ਮਲ ਸਮੰਦਾਏ, ਮਤ ਮਲੀਨ ਨੇ ਪੁੰਨ ਉਪਾਏ। ਕਲਯੁਗ ਦਾ ਸਮਾਂ, ਮਤ ਮੈਲੀ ਹੈ, ਪੁੰਨ ਪੈਦਾ ਨਹੀਂ ਕਰਦਾ ਬੰਦਾ, ਪਾਪ ਜ਼ਿਆਦਾ ਕਰਦਾ ਹੈ, ਹਾਂਜੀ। ਸੋ ਸਭ ਤੀਰਥ ਦੇਸ਼ ਮਝਾਰੇ, ਕਰ ਇਸ਼ਨਾਨ ਕੋ ਤਾਹੇ ਉਦਾਰੇ। ਸੋ ਉਹ ਸਾਰੇ ਤੀਰਥਾਂ ਤੇ ਕਿੱਥੇ ਇਸ਼ਨਾਨ ਕਰੇਗਾ? ਮਹਾਰਾਜ ਕਹਿੰਦੇ ਇੱਥੇ ਇਸ਼ਨਾਨ ਕਰ ਲਿਆ ਕਰੋ, ਸਾਰਿਆਂ ਦਾ ਹੀ ਹੋ ਜਾਏਗਾ, ਹਾਂਜੀ। ਤਿੰਨ ਪਾਪਨ ਕੇ ਭਾਰ ਦਬਾਏ, ਸਹਿ ਨ ਸਕੈ ਅਧਿਕ ਅਕੁਲਾਏ। ਕਹਿੰਦੇ ਤੀਰਥ ਵੀ ਜਿਹੜੇ ਆ ਨਾ, ਉਹ ਲੋਕਾਂ ਦੇ ਪਾਪਾਂ ਦੇ ਭਾਰ ਕਰਕੇ ਸਤਾਏ ਹੋਏ ਨੇ, ਉਹ ਕਿੰਨਾ ਕੁ ਭਾਰ ਸਹਿਣ। ਇਸ ਕਰਕੇ ਇਹਨਾਂ 2 ਦਿਨਾਂ ਤੇ ਤੀਰਥ ਵੀ ਸ਼ਰਨ ਵਿੱਚ ਆਉਂਦੇ ਹਰਿਮੰਦਰ ਸਾਹਿਬ ਦੀ, ਹਾਂਜੀ। ਗੰਗਾ ਆਦਿਕ ਤੀਰਥ ਜੇਈ, ਅੰਮ੍ਰਿਤਸਰ ਮੈਂ ਆਵਹਿ ਤੇਈ। ਆ ਪੰਕਤੀਆਂ ਦੇ ਅਰਥ ਕਰਨ ਦੀ ਲੋੜ ਨਹੀਂ ਹੈਗੀ ਜੀ, ਬਿਲਕੁਲ ਸਿੱਧੀਆਂ ਪੰਕਤੀਆਂ ਨੇ। ਫਿਰ ਪੜਿਓ, ਗੰਗਾ ਆਦਿਕ ਤੀਰਥ ਜੇਈ। ਗੰਗਾ
ਤੇ ਹੋਰ ਜਿੰਨੇ ਤੀਰਥ ਮੰਨੇ ਗਏ ਆ ਨਾ, ਅੰਮ੍ਰਿਤਸਰ ਮੈਂ ਆਵਹਿ ਤੇਈ, ਉਹ ਸਾਰੇ ਫਿਰ ਉਸ ਦਿਨ ਹਰਿਮੰਦਰ ਸਾਹਿਬ ਆਉਂਦੇ ਨੇ। ਸਾਰੇ ਆਉਂਦੇ ਆ। ਤੁਸੀਂ ਕਹੋਗੇ ਸਾਨੂੰ ਤਾਂ ਨਹੀਂ ਕੁਝ ਵਿਖਦਾ, ਸਾਨੂੰ ਤੇ ਹਵਾ ਵੀ ਨਹੀਂ ਵਿਖਦੀ। ਤੇ ਜੇ ਹਵਾ ਨਹੀਂ ਵਿਖਦੀ ਤੇ ਇਹਦਾ ਮਤਲਬ ਇਹ ਥੋੜੀ ਵੀ ਹਵਾ ਹੈ ਹੀ ਨਹੀਂ ਹੈ। ਸਾਰੇ ਆਉਂਦੇ ਨੇ। ਹਾਂਜੀ, ਨਾਮ ਮਹਾਤਮ ਜਹ ਅਧਿਕਾਈ। ਕਿਉਂ? ਇਸ ਥਾਂ ਤੇ ਪਰਮੇਸ਼ਰ ਦੇ ਨਾਮ ਦਾ ਮਹਾਤਮ ਹੈ। ਬਾਕੀ ਤੀਰਥਾਂ ਤੇ ਇੰਨਾ ਨਾਮ ਨਹੀਂ ਜਪਿਆ ਜਾ ਰਿਹਾ ਜਿੰਨਾ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਜਪ ਹੁੰਦਾ ਹੈ। ਹਾਂਜੀ, ਕਰ ਇਸ਼ਨਾਨ ਤਜ ਅਗ ਸਮੁਦਾਈ। ਸੋ ਇੱਥੇ ਇਸ਼ਨਾਨ ਕੀਤਿਆਂ ਜਿੱਥੇ ਬੰਦਿਆਂ ਦੇ ਪਾਪ ਦੂਰ ਹੁੰਦੇ ਆ, ਉੱਥੇ ਤੀਰਥਾਂ ਦਾ ਭਾਰ ਵੀ ਹੌਲਾ ਹੋ ਜਾਂਦਾ ਹੈ। ਦੀਪਮਾਲ ਬੈਸਾਖੀ ਦੋਏ। ਦੀਵਾਲੀ ਤੇ ਵਿਸਾਖੀ ਜਿਹੜੇ ਇਹ 2 ਦਿਨ ਨੇ, ਛਟੇ ਮਾਸ ਤੀਰਥ ਸਭ ਕੋਏ। 6 ਮਹੀਨਿਆਂ ਬਾਅਦ ਆਉਂਦੇ ਨੇ। 6 ਮਹੀਨੇ ਦਾ ਫਰਕ ਹੈ ਜੀ ਇਹਨਾਂ ਵਿੱਚ। ਸੋ ਮਹਾਰਾਜ ਨੇ ਕਿਹਾ ਭਾਈ ਇਸ ਦਿਨ ਤੇ ਤੀਰਥ ਵੀ ਆਉਂਦੇ ਆ, ਤੁਸੀਂ ਵੀ ਸਾਰੇ ਆਇਆ ਕਰੋ ਜਿਹੜੇ ਦੂਰ ਦੂਰ ਰਹਿੰਦੇ ਆ। ਰਹਿ ਸੁਧਾਸਰ ਮੈਂ ਤਬ ਆਏ, ਸੋ ਨਰ ਇਸ ਛਿਨ ਇਹਾਂ ਨਹਾਏ। ਸਭ ਤੀਰਥ ਕੋ ਮੰਜਨ ਹੋਏ, ਯਾਤੇ ਅਧਿਕ ਮਹਾਤਮ ਜੋਏ। ਇਸ ਕਰਕੇ ਭਾਈ ਇਹਨਾਂ ਪੁਰਬਾਂ ਤੇ ਇਸ਼ਨਾਨ ਦਾ ਵੀ ਬਹੁਤ ਵੱਡਾ ਮਹਾਤਮ ਹੈ। ਪਰ ਦਾਸ ਤੇ ਕਹਿੰਦਾ ਹਰਿਮੰਦਰ ਸਾਹਿਬ ਤੇ ਕਿਸੇ ਸਮੇਂ ਵੀ ਇਸ਼ਨਾਨ ਕਰ ਲਓ, ਮਹਾਤਮ ਹੀ ਮਹਾਤਮ ਹੈ, ਲਾਭ ਹੀ ਲਾਭ ਹੈ। ਹਾਂਜੀ, ਕਰੈ ਇਸ਼ਨਾਨ ਸਕਲ ਫਲ ਪਾਵੈ, ਸੁਤ ਬਿਤ ਲਾਭ ਕਲੂਖ ਨਸਾਵੈ। ਇਸ਼ਨਾਨ ਕੀਤਿਆਂ ਸਭ ਕੁਝ ਪ੍ਰਾਪਤ ਵੀ ਹੁੰਦਾ ਹੈ, ਪਾਪ ਵੀ ਦੂਰ ਹੁੰਦੇ ਆ। ਸੋ ਇਹ ਸੀਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਥਾ। ਮਹਾਰਾਜ ਨੇ ਮਹਾਤਮ ਵੀ ਦੱਸਿਆ, ਮਹਾਰਾਜ ਨੇ ਇਹ ਸਥਾਨ ਵੀ ਬਣਵਾਇਆ। ਸਾਰੇ ਕਾਰਜ ਸਤਿਗੁਰੂ ਜੀ ਨੇ ਇਸ ਜਗ੍ਹਾ ਤੇ ਕੀਤੇ। ਇਹਦੇ ਤੋਂ ਅੱਗੇ ਕਥਾ ਪ੍ਰਸੰਗ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਾਧ ਸੰਗਤ ਜੀ, ਨਹੀਂ ਕਿਹਾ ਜਾ ਸਕਦਾ ਹਰਿਮੰਦਰ ਸਾਹਿਬ ਦਾ ਮਹਾਤਮ ਨਹੀਂ ਕਿਹਾ ਜਾ ਸਕਦਾ। ਹਰਿਮੰਦਰ ਮਹਿ ਹਰਿ ਵਸੈ, ਬਾਣੀ ਦੀ ਪੰਕਤੀ ਹੈ। ਹਰਿਮੰਦਰ ਵਿੱਚ ਹਰੀ ਆਪ ਵਸਦਾ ਹੈ। ਹਰਿਮੰਦਰ ਮਹਿ ਹਰਿ ਵਸੈ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਅਸੀਂ ਤੇ ਇੰਨੇ ਭਾਗਾਂ ਵਾਲੇ ਆ, ਅੰਤ ਹੀ ਕੋਈ ਨਹੀਂ ਹੈ। ਬਿਲਕੁਲ ਮਹਾਰਾਜ ਦੇ ਤੀਰਥ ਦੇ ਨੇੜੇ ਸਾਨੂੰ ਘਰ ਮਿਲੇ ਹੋਏ ਨੇ ਜੀ। ਬਿਲਕੁਲ, ਜੇ ਟ੍ਰੈਫਿਕ ਨਾ ਹੋਵੇ ਤੇ 10 ਤੋਂ 15 ਮਿੰਟ ਹੀ ਲੱਗਦੇ ਮਸਾਂ ਦੀ, ਜੇ ਟ੍ਰੈਫਿਕ ਨਾ ਹੋਵੇ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਕਿਰਪਾ ਕਰਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਉੱਥੇ ਬੈਠ ਕੇ ਜਪਿਆ ਹੋਇਆ ਨਾਮ, ਸੁਣਿਆ ਹੋਇਆ ਕੀਰਤਨ। ਮਹਾਰਾਜ ਕਹਿੰਦੇ ਇੰਨਾ ਜ਼ਿਆਦਾ ਪੁੰਨ ਪ੍ਰਾਪਤ ਹੁੰਦਾ ਹੈ, ਉਸ ਪੁੰਨ ਦੀ ਫਿਰ ਤੋਟ ਨਹੀਂ ਆਉਂਦੀ ਜੀ। ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। 2 ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਖਿਮਾ ਮੰਗੀਏ। ਸਾਰੀ ਸੰਗਤ ਜਪੋ ਜੀ। ਵਾਹਿਗੁਰੂ ਜਪ ਵਾਹਿਗੁਰੂ। ਗੱਜ ਕੇ ਵਾਹਿਗੁਰੂ ਜਪ ਵਾਹਿਗੁਰੂ। 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 ਜਪ
ਜਪ ਵਾਹਿਗੁਰੂ 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 ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਗਰੀਬ ਨਵਾਜ਼ ਸਾਹਿਬ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਵੀ ਬਖਸ਼ਣ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਸ਼ਨਾਨ ਵੀ ਬਖਸ਼ਣ ਸਮਾਂ ਬਣੇ ਮਹਾਰਾਜ ਸਾਨੂੰ ਉੱਥੋਂ ਦੀ ਸੇਵਾ ਵੀ ਬਖਸ਼ਣ ਬਹੁਤ ਵੱਡੀਆਂ ਸਮਰੱਥਾਵਾਂ ਆਈਆਂ ਜੀ ਐਸੀ ਕੋਈ ਸ਼ਕਤੀ ਨਹੀਂ ਹੈਗੀ ਜਿਹੜੀ ਸਿੱਖਾਂ ਦੇ ਅੰਦਰ ਨਹੀਂ ਆਈ ਜੀ ਉਸ ਸਮੇਂ ਐਸੀ ਕੋਈ ਸ਼ਕਤੀ ਨਹੀਂ ਹੈਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਭੁੱਲਾਂ ਦੀ ਮਾਫੀ ਬਖਸ਼ਿਓ ਸਾਡੇ ਸਤਿਕਾਰਯੋਗ ਡਾਕਟਰ ਅੰਗਰੇਜ਼ ਸਿੰਘ ਜੀ ਪਟਨਾ ਸਾਹਿਬ ਗਏ ਸੀਗੇ ਦਰਸ਼ਨ ਕਰਨ ਹਾਂਜੀ ਉੱਥੋਂ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕੇ ਆਏ ਆ ਕਲਗੀਧਰ ਮਹਾਰਾਜ ਜੀ ਦਾ ਬੜਾ ਹੀ ਸ਼ੁਕਰ ਹੈ ਬਹੁਤ ਸ਼ੁਕਰ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗਰੀਬ ਨਵਾਜ਼ ਸਾਹਿਬ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਆਪ ਸਭ ਸੰਗਤਾਂ ਦਾ ਸ਼ੁਕਰਾਨਾ
ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ